वाहिगुरु जी का खालसा वाहिगुरु जी की फतेह। सतगुरां दी पावन गोद विच बड़े ही सत्कार सहत संध्या के दीवाना विच आप जी जुड़ बैठे हो। आओ इस समय नूं सतगुरां दे प्रेम दे विच भिज के सफला बनाइए। गुर इतिहास के पावन प्रसंगां दे विचों पिछले प्रसंगां द्वारा आप जी ने गुरु नानक साहब सच्चे पातशाह जी ने जो उपदेश मुला कुतुबुद्दीन नूं बख्शिश कीता है, एक एक अखर करके बड़े विस्तार से आप जी ने श्रवण कीता है। आओ कुछ समा मन बिरतियां नूं गुरु चरनां नाल जोड़िए, जुड़िए सतगुरां दी वरताई हुई जीवन लीला दे नाल। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री सरस्वती सर्वदा बचन सवेत सुख कंद। तरल अंगूरी बीनसो बंदो द्वै कर बंद। महाकवि भाई संतोख सिंह जी गुरु नानक साहब सच्चे पातशाह जी की पावन जीवन कथा नूं कहंदे होए नवे प्रसंगां दी आरंभता दे विच ओट आसरा तकदे ने गुरु ग्रंथ साहिब सच्चे पातशाह जी की बाणी दा, जिस सतगुर दे चरनां दे विच झुकियां तो गुरु गुरु जपियां तो दुनिया की कोई भी मुसीबत सामने तो पासे हट जाती है। ऐसे गुरबाणी सतगुरां नूं बारंबार साडी वंदना है। हुण इस पावन कथा नूं अगले दौर विच लैके चले जदों मुला जी दे ताई सतगुरां ने उपदेश फारसी दे शब्द द्वारा बख्शिश कीता है। मुला जी गुरु का ज्ञान अंदरों होया, दुनिया दीयां गल्लां बातां नूं त्याग करके वो गुरु नानक जी के चरनां नाल ही जुड़ गया। एक बेपरवाह मौला फकीर बनया जिन्हें सारी जिंदगी परोपकार दे हित दुनिया नूं शुभ विद्या दी है। मुला जी नूं उपदेश दे के गुरु नानक साहब महाराज मोटे ते रख चादर चढ़े आ गए। हुण गुरु साहब ने अपने सुभाव नूं थोड़ा जिहा चेंज कीता। पहला ते उदास रहिंदे सी, चुप रहिंदे सी। हुण लोड़ पई ते कोई काम है दस दिंदे ने, कोई बुला लवे ते जवाब दे देंदे ने, वरना नहीं बोलते। कई महीने सतगुरु जी इसे तरह अपने घर रहे, ना ते पिता जी ने किसी को पढ़न भेजिया, ना पढ़ाई की गल कीती है। श्री बाला
ਸੁੰਦਰ ਵਾਚ ਚੋਪਈ ਕਾਲੂ ਬਹੋਰੋ ਕੀਨ ਵਿਚਾਰਾ ਜਗਿ ਪੁਈਤ ਦੀਨ ਹਿਤ ਧਾਰਾ। ਪਿਤਾ ਕਲਿਆਣ ਚੰਦ ਜੀ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਵੀ ਪੁੱਤਰ ਨੂੰ ਫਾਰਸੀ ਵੀ ਪੜ੍ਹਾ ਕੇ ਵੇਖ ਲਈ। ਇਹਨੇ ਮੁੱਲਾ ਪੜ੍ਹਾ ਦਿੱਤਾ। ਗੋਪਾਲ ਪਾਦੇ ਕੋਲ ਲੈ ਕੇ ਗਿਆ, ਉਹਨੇ ਵੀ ਹੱਥ ਜੋੜ ਦਿੱਤੇ, ਨਾਨਕ ਨੂੰ ਪੜ੍ਹਾਉਣ ਵਾਸਤੇ ਮੇਰੇ ਕੋਲ ਗਿਆਨ ਕੋਈ ਨਹੀਂ। ਚਲੋ ਦੁਨੀਆਦਾਰੀ ਦੇ ਧੰਦੇ ਤੇ ਚੱਲਦੇ ਰਹਿਣਗੇ, ਕਿਉਂ ਨਾ ਮੈਂ ਆਪਣੇ ਪੁੱਤ ਨੂੰ ਹਿੰਦੂ ਬਣਾ ਦਿਆਂ, ਸਨਾਤਨੀਆਂ। ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਹਿੰਦੂ ਸ਼ਬਦ ਬਹੁਤਾ ਪ੍ਰਚਲਿਤ ਨਹੀਂ ਸੀ, ਨਾ ਹੀ ਅੱਜ ਤੱਕ ਕੋਈ ਹਿੰਦੂ ਧਰਮ ਹੈ। ਜਿਸ ਨੂੰ ਆਪਾਂ ਹਿੰਦੂ ਧਰਮ ਆਖਦੇ ਆ, ਉਹਨੂੰ ਸਨਾਤਨ ਧਰਮ ਕਹਿੰਦੇ ਨੇ। ਹਿੰਦੂ ਦਾ ਅਰਥ ਜੇ ਵੇਖਿਆ ਜਾਏ ਤੇ ਚੋਰ ਹੈ। ਅੱਜ ਹਿੰਦੂਵਾਦ ਦਾ ਰੌਲਾ, ਸਨਾਤਨ ਲੋਕ ਐਸੇ ਕੰਮ ਨਹੀਂ ਕਰਦੇ, ਧਰਮ ਚ ਪ੍ਰਭਾਤ ਹਨ। ਪਿਤਾ ਕਲਿਆਣ ਚੰਦ ਮਾਨੀ ਮਨ ਸੋਚਦੇ ਨੇ ਸਾਡੇ ਤੇ ਕੁੱਲ ਦੀ ਰੀਤ ਹੈ। ਪਿਤਾ ਜੀ ਨੇ ਵੀ ਜੰਝੂ ਪਾਇਆ ਹੋਇਆ, ਮੱਥੇ ਤੇ ਤਿਲਕ ਲਾਇਆ ਹੋਇਆ, ਕਿਉਂ ਨਾ ਆਪਣੇ ਪੁੱਤਰ ਨੂੰ ਮੈਂ ਜੰਝੂ ਪਵਾ ਦਿਆਂ, ਧਰਮੀ ਬਣਾ ਦਿਆਂ। ਜੋ ਮਰਜੀ ਆਪਣੇ ਕੁੱਲ ਦੇ ਵਿੱਚੋਂ ਪੱਕੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਵੀ ਪਿਛੋਕੜ ਹੈ ਨਾ, ਸਭ ਨੇ ਜੰਝੂ ਪਾਇਆ, ਸਭ ਨੇ ਤਿਲਕ ਲਾਇਆ। ਉਸ ਸਮੇਂ ਦੇ ਵਿੱਚ ਉਹੀ ਧਰਮ ਮਹਾਨ ਸੀ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਸੀ। ਪਿਤਾ ਕਲਿਆਣ ਚੰਦ ਸਤਿਗੁਰਾਂ ਦੇ ਚਾਚਾ ਲਾਲ ਚੰਦ ਜੀ, ਉਹਨਾਂ ਦੇ ਮੱਥੇ ਤੇ ਹਰਦਮ ਤਿਲਕ ਰਹਿੰਦਾ ਹੈ ਤੇ ਜਨੇਊ ਪਾ ਕੇ ਰੱਖਦੇ ਨੇ। ਮਨ ਵਿੱਚ ਆਇਆ ਕਿਉਂ ਨਾ ਆਪਣੇ ਪੁੱਤ ਨੂੰ ਜਨੇਊ ਪਵਾ ਦਿਆਂ, ਕੱਲ ਵੱਡਾ ਹੋਇਆ ਕਹਿਣੇ ਤੋਂ ਬਾਹਰ ਹੀ ਨਾ ਹੋ ਜੇ, ਧਰਮੀ ਨਾ ਬਣੇ। ਸਨਾਤਨ ਮਤ ਦੇ ਲੋਕ, ਹਿੰਦੂ ਧਰਮ ਦੇ ਲੋਕ ਕਦੇ ਬੱਚਿਆਂ ਦੀ ਮਰਜ਼ੀ ਨਹੀਂ ਪੁੱਛਦੇ। 5-6 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜੰਝੂ ਪਾ ਦੇਣਾ, ਉਹ ਮਰਦੀ ਉਮਰ ਦਾ ਕੀ ਮੰਨਦਾ ਵੀ ਮੈਂ ਪੱਕਾ ਕੱਟੜ ਹਿੰਦੂ ਹਾਂ, ਕਿਉਂਕਿ ਬਚਪਨ ਚ ਬਣ ਗਿਆ। ਤੇ ਜਦ ਮੁਸਲਮਾਨ ਦੀ ਗੱਲ ਆਉਂਦੀ ਹੈ, ਉਹ ਵੀ 5 ਸਾਲ ਦੀ ਉਮਰ ਦੇ ਵਿੱਚ ਬੱਚੇ ਦੀ ਸੁਨਨਤ ਕਰ ਦਿੰਦੇ ਨੇ, ਕਦੇ ਪੁੱਛਦੇ ਨਹੀਂ, ਕਦੇ ਪਰਮਿਸ਼ਨ ਨਹੀਂ ਲੈਂਦੇ। ਤੇ ਜਦ ਆ ਜੇ ਗੱਲ ਸਿੱਖਾਂ ਦੀ, ਫਿਰ ਤੇਰਾ ਬਰਖਾ ਖੋ ਸਤਨਾਮ ਵਾਹਿਗੁਰੂ। ਕਹਿੰਦੇ ਜੀ ਆਪੇ ਵੱਡੇ ਹੋਣਗੇ, ਬਣਨਾ ਹੋਊਗਾ ਬਣ ਜਾਣਗੇ ਗੁਰੂ ਵਾਲੇ, ਐਡੀ ਵੀ ਕੋਈ ਗੱਲ ਨਹੀਂ ਹੈ। ਕਿੱਡੇ ਵੱਡੇ ਧਰਮ ਨੇ ਉਹ ਲੋਕਾਂ ਦੇ, ਜਿਨ੍ਹਾਂ ਦੇ ਅੰਸ਼ ਵੰਸ਼ ਖਾਨਦਾਨ ਦੇ ਵਿੱਚ ਧਰਮ ਚੱਲਿਆ ਆਉਂਦਾ ਹੈ। ਤੇ ਸਿੱਖ ਮਤ ਵਿੱਚ ਵੀ ਐਸੇ ਕਈ ਪਰਿਵਾਰ ਹਨ, ਉਹ ਕਦੇ ਬੱਚਿਆਂ ਦੀ ਮਰਜ਼ੀ ਨਹੀਂ ਪੁੱਛਦੇ, ਬਚਪਨ ਦੇ ਵਿੱਚ ਸਿੱਖ ਬਣਾ ਦਿੰਦੇ ਨੇ ਤੇ ਉਹ ਬੱਚੇ ਬੜੀ ਚੜ੍ਹਦੀ ਕਲਾ ਚ ਰਹਿੰਦੇ। ਅੰਗ ਅੰਗ ਰੋਮ ਰੋਮ ਵਿੱਚ ਉਹਨਾਂ ਦੇ ਸਿੱਖੀ ਅੰਮ੍ਰਿਤ ਦੀ ਧਾਰਾ ਵਸੀ ਹੋਈ ਹੈ। ਪਿਤਾ ਜੀ ਨੇ ਮਾਨੀ ਮਨ ਫੈਸਲਾ ਕੀਤਾ ਕਿਉਂ ਨਾ ਆਪਣੇ ਪੁੱਤ ਨੂੰ ਤਿਲਕ ਜੰਝੂ ਪਾ ਦੇਣਾ। ਕੱਲ ਨੂੰ ਇਹਦੀ ਪਛਾਣ ਹੋਏਗੀ, ਜਿਹੋ ਜੀ ਪਛਾਣ ਪਿਤਾ ਦੀ ਆ ਉਹੋ ਜੀ ਪੁੱਤਰ ਦੀ ਨਹੀਂ। ਕੋਈ ਇਹ ਤਾਂ ਨਹੀਂ ਆਖੂਗਾ ਵੀ ਪਿਤਾ ਨੇ ਆਪਣੇ ਪੁੱਤ ਨੂੰ ਗੁਰੂ ਨਾਲ ਨਹੀਂ ਜੋੜਿਆ, ਨਗੁਣਾ ਰੱਖਿਆ। ਇਸੇ ਕਰਕੇ ਆਪਣੇ ਭਰਾ ਨਾਲ ਫੈਸਲਾ ਕੀਤਾ, ਉਹ ਕਹਿੰਦੇ 7 ਸਾਲ ਦੀ ਉਮਰ ਹੋ ਗਈ, ਕਿਉਂ ਨਾ ਨਾਨਕ ਜੀ ਨੂੰ ਜੰਝੂ ਪਾਇਆ ਜਾਵੇ। ਪ੍ਰੋਹਿਤ ਜੋ ਤਿਹ ਕੋ ਦਹਿ ਦਿਆਲਾ, ਸੋ ਬਲਾਈ ਲੀਨੋ ਤਤਕਾਲਾ। ਸਤਿਗੁਰਾਂ ਦੇ ਪਿਤਾ ਜੀ ਨੇ ਉਸ ਸਮੇਂ ਦੇ ਮਹਾਨ ਪੰਡਤ ਪ੍ਰੋਹਿਤ ਹਰਦਿਆਲ, ਜਿਨ੍ਹਾਂ ਨੇ ਜਨਮ ਪੱਤਰੀ ਬਣਾਈ ਸੀ, ਇੱਥੋਂ ਤੱਕ ਕਹਿ ਦਿੱਤਾ ਸੀ ਬੱਚੇ ਵਿੱਚ 32 ਗੁਣ ਦਿਸਦੇ ਨੇ। ਉਹਨਾਂ ਦਾ ਸੁਨੇਹਾ ਭੇਜਿਆ ਵੀ ਪੁੱਤ ਮੇਰਾ 6.5-7 ਸਾਲ ਦਾ ਹੋ ਗਿਆ। ਪ੍ਰੋਹਿਤ ਜੀ ਉਹ ਸਮਾਂ ਦਿਨ ਨਿਯਤ ਕੀਤਾ ਜਾਏ ਜਿਸ ਦਿਨ ਮੈਂ ਆਪਣੇ ਬੱਚੇ ਨੂੰ ਤਿਲਕ ਪਵਾਉਣਾ, ਜੰਝੂ ਲਾਉਣਾ। ਪੰਡਤ ਜੀ ਨੇ ਸਾਹਾ ਕਹਿਣਾ, ਕਿਉਂਕਿ ਜਦੋਂ ਇਸ ਧਰਮ ਦੀ ਆਪਾਂ ਗੱਲ ਕਰਦੇ ਹਾਂ, ਸਨਾਤਨ ਮਤ ਦੇ ਵਿੱਚ ਮੁੰਡਨ ਕਰਨ ਵਾਲਾ ਵੀ ਦਿਨ ਕੱਢਦੇ ਆ,
जिस दिन जंजू पाना है, किहड़ा दिन चंगा है, किहड़ा वार माड़ा है। पर सिख धर्म विच कभी ऐसा नहीं होया भी अमृत संचार मंगलवार को नहीं होना या शनिवार नहीं होना। अमृत छकण वाले प्राणी होण, अमृत छकाउण वेले कदे समा भी नहीं वेखिया जाता भी अमृत संचार दिने करना या रात को करना। ऐसा भी कोई विधान नहीं है। भावना वाले लोग होण, अमृत छकण वाले होण, पंज प्यारे उस वेले अमृत की दात बख्श देते हैं। पंडित हरदयाल जी नाल विचार की गई, दिन नियत कीता गया है और अवलख सकल सुनाई, क्षत्रि रीत करो दिवजराई। पंडित हरदयाल कल्याण चंद जी का बचन सुन के अंदरों अंदर हसदे रहे, क्योंकि गुरु साहब बारे जानते। पिता जी कहते मैं खत्रियां दी रीत पगाउणी चाहुंदा, कल कोई मैनू ये ना आखे भी पिता आप ते धर्मी सी, पुत धर्मी नहीं बनाया। ये पहली प्रतिज्ञा है कि पिता दी, जो धर्मी पिता ना सब तो पहला अपने पुत नूं धर्म की दात लेके दिंदा है। वो कहता बाकी गल्लां दुनिया दीयां चलदियां रहणीਆਂ ने, धर्म मर्जी का विषय नहीं है, ये परिवार दे विच किरपा का विषय है। पिता जी कहते असीं खतरी लोग हाँ, साडा धर्म है, असीं मत्थे ते तिलक ला के रखते हैं, गल विच जंजू पाया होया ए। सुन कर बाचियस दवेज हरदयालो, कहो सोज सब आन विसालो। ते दिन जदों नियत कीता गया, पंडित जी ने समग्री लिखाउणी सी, क्योंकि बहुत बड़ा फंक्शन ऑर्गेनाइज करना है। पंडित हरदयाल जी ने लिस्ट बना के दे दी भी इन्नी समग्री आनी है, इन्ने गड्ढे भर के आने हैं। समान बहुत है। जिवें अज के समय आप कोई फंक्शन करते हैं तो खर्चा करना होता है, पर इतने बेदियां की वंश है, पटवारियां का घर है, मायाधारी लोग ने जिन्हां दे पुरोहित भी वड्डे वड्डे अमीर ने। पंडित हरदयाल जी ने बना करके लिस्ट दे दी, कल्याण चंद जी जदों समग्री आ गई इतला दे दियो। हुण समग्री आउणी कित्थों? लाहौर शहर तो। जिन्ना समान उन्हां लिखिया ना, हज़ारां रुपया का समान। पिता जी ने पर्ची नूं फड़िया, बड़े खुश होए। शुभ बसर सो दीन बताई, कार आरंभ ज्यों अदक वडाई। कहते सोना क्या दिन मिथ्या गया उन्हां दे धर्म दे मुताबिक, दिन ते सारे सोने आ। कोई दिन, कोई वार, कोई समा, कोई घड़ी, कोई थित, कोई पल कदे माड़ा नहीं हुंदा। माड़ा ते इंसान है जिहड़ा रब नूं नहीं जपदा। सब तो वध माड़ा कौन है? गुरु नानक साहब सच्चे पातशाह इस कारो विहार तो भली बात जानू सन, पर मर्द चुप चुप ही रहने कहते जी ने जो करना है करी जाओ, क्योंकि पिता पहला इंडिकेशन दे रहेगा। कई दिन तो गल करते कहते पुत मेरा हुण जवान होण लग पिया, मैं अपने पुत नूं जंजू पवा देना। लालच कहते ने पिता, क्योंकि वो गुरु साहब के अंदर नूं नहीं जान सकते कि कौन नहीं। जिवें एक पिता बड़ा खुश होंदा भी मैं अमृत छकिया, मेरा पुत छकेगा, खुशी ते खुशी है। ते पिता जी का चाह बड़ा सी, ते मां तृप्ता भी बड़े प्रसन्न सन। मां नूं खुशी अलग सी भी मेरा पुत भी धर्मी होएगा, परमात्मा नूं मन्निया करेगा। जिवरती सुन कर तब कलो, सब सवहरन आन अतालो। पिता कल्याण चंद जी पंडित जी दे कोल लिस्ट लेके आए ने, खुद आप बाजार गए ने। जिन्नी समग्री चाहिए सी, लकड़ां अग बालण वास्ते बहुत वड्डी, जिवें लोहड़ियां ते लोकी वड्डी लोहड़ी मनाउंदे हैं ना, इदां लकड़ां चाहिए ने हवन करना है। देसी घिओ, जौ, तेल, फुल, चंदन, केसर, जो उन्हां समयां दी रस्मां सी, जो जो चीज़ां पंडित हरदयाल जी ने लिख के दित्तियां ने, कई नारियल अग विच भस्म करने, मंत्र पढ़े जाणगे उन्हां दे, गंगा जल, इत्यादि कई नदियों का पानी। उन्हां समयां च गंगा, जमुना, सरस्वती वड्डे लोग के पानी मंगाउंदे सी, अज भी चुकी फिरदे। पिता जी ने जो जो लिखिया सी, ਉਹ ਤੋਂ ਵੱਧ ਸਮਾਨ ਮੰਗਾਇਆ ਏ। ਭੋਜਨ
ਭੋਜਨ ਹੇਤ ਆਨਟ ਕਰਾਈ ਆਮੇਖ ਕਾਰਨ ਛਾਂਗ ਮੰਗਾਈ। ਕਹਿੰਦੇ ਭੋਜਨ ਵਾਸਤੇ ਵੱਡੇ ਵੱਡੇ ਸੂਪਕਾਰ ਹਲਵਾਈ ਬੁਲਾਏ ਗਏ ਜਿਨ੍ਹਾਂ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਨੇ ਨੇ, ਜਿਵੇਂ ਅੱਜ ਦੇ ਸਮੇਂ ਵਿਆਹਾਂ 'ਚ ਕੀਤੇ ਜਾਂਦੇ ਖੁਸ਼ੀ। ਉਦੋਂ ਵੀ ਇਦਾਂ ਹੀ ਸੀ, ਜਿੱਥੇ ਸਾਰਾ ਕੁਝ ਮੰਗਾਇਆ ਨਾ ਉੱਥੇ ਲਿਖ ਲਏ 15 ਤੋਂ 20 ਬੱਕਰੇ। ਕਾਹਦੇ ਲਈ? ਮੀਟ ਬਣਾਉਣ ਵਾਸਤੇ, ਵੱਢਣ ਵਾਸਤੇ। ਕਿਉਂਕਿ ਸਨਾਤਨ ਮਤ ਵਿੱਚ ਪੰਡਤ ਲੋਕ ਬੱਕਰੇ ਦਾ ਮਾਸ ਬੜੀ ਖੁਸ਼ੀ ਨਾਲ ਖਾਂਦੇ ਗਾਂਦਾ ਵੀ ਆ। ਉਹ ਅਲੱਗ ਗੱਲਾਂ ਵੀ ਲੋਕਾਂ ਦੀ ਮਾਂ ਬਣਾ ਕੇ ਸਿਰ ਚੜਾਈ ਹੋਈ ਹੈ। ਗਾਂ ਇੱਕ ਪਸ਼ੂ ਹੈ, ਇੱਕ ਜਾਨਵਰ ਹੈ, ਪਰ ਦਰਵੇਸ਼ ਹੈ, ਮਾਂ ਤੇ ਮਾਈ ਹੈ। ਜਿਹਦੀ ਮਾਂ ਪਸ਼ੂਆ ਤੇ ਪੁੱਤ ਸਿਆਣਾ ਕਿੱਥੋਂ ਆਖੋ ਸਤਿਨਾਮ। ਜਿਹਦੀ ਮਾਂ ਨੂੰ ਲੋਕ ਡੰਗਰ ਕਹਿੰਦੇ ਆ, ਉਹਦੇ ਪੁੱਤ ਨੂੰ ਤੁਸੀਂ ਸਿਆਣਾ ਕਿੱਥੋਂ ਕਹਿ ਦੋਗੇ? ਸਾਡੀ ਮਾਂ ਕੌਣ ਹੈ? ਸਾਡੀ ਮਾਤਾ ਤੇ ਮਾਤਾ ਸਾਹਿਬ ਕੌਣ ਹੈ? ਸਿਆਣਿਆਂ ਚੋਂ ਸਿਆਣੇ, ਵੱਡਿਆਂ ਚੋਂ ਵੱਡੇ, ਡਾਢਿਆਂ ਚੋਂ ਡਾਢੇ, ਦਾਨੀਆਂ ਚੋਂ ਦਾਨੀ, ਸਰਬੰਸ ਦਾਨੀ। ਮਾਂ ਤੇ ਸਾਡੀ ਏਡੀ ਮਹਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਨੇ ਕਹਿੰਦੇ ਸਮੱਗਰੀ ਮੰਗਾਈ, ਕਈ ਬੱਕਰੇ ਮੰਗਾਏ ਗਏ, ਵੱਡੇ ਜਾਣਗੇ, ਮਾਸ ਬਣੇਗਾ, ਖਾਇਆ ਪੀਆ ਜਾਏਗਾ। ਧਰਮ ਦੇ ਨਾਂ ਤੇ ਅਯਾਸ਼ੀ ਹੈ। ਕਿਹੜਾ ਧਰਮ ਕਹਿੰਦਾ ਹੈ ਕਿਸੇ ਜੀਵ ਦੀ ਹੱਤਿਆ ਕਰਕੇ ਤੈਨੂੰ ਰੱਬ ਖੁਸ਼ੀ ਦੇਗਾ? ਅੱਜ ਦੁਨੀਆ ਦੁਖੀ ਕਿਉਂ ਹੈ? ਵਿਆਹ ਬੰਦਾ ਕਰਦਾ ਕਹਿੰਦਾ ਮੇਰੀ ਧੀ ਵੀ ਖੁਸ਼ ਰਹੂਗੀ, ਰਹੂ ਮੇਰਾ ਪੁੱਤ ਵੀ। ਸੈਂਕੜੇ ਮੁਰਗੀਆਂ, ਬੱਕਰੀਆਂ, ਜੀਵਾਂ ਦੀ ਹੱਤਿਆ ਕੀਤੀ, ਕੋਹ ਕੇ ਮਾਰਿਆ, ਤੜਫਾ ਕੇ ਮਾਰਿਆ ਉਹਨਾਂ ਨੂੰ। ਕਾਹਦੇ ਲਈ? ਆਏ ਹੋਏ ਦੁਸਤਾਂ ਨੂੰ ਰਜਾ ਕੇ ਭੇਜਣਾ ਹੈ। ਤੇ ਉਹਨਾਂ ਦੁਸਤਾਂ ਦੇ ਵਿੱਚ ਬੈਠਣ ਵਾਲਾ, ਖਾਣ ਵਾਲਾ, ਖਵਾਉਣ ਵਾਲਾ, ਸਲਾਹ ਦੇਣ ਵਾਲਾ 8 ਪ੍ਰਕਾਰ ਦੇ ਬੰਦਿਆਂ ਦੇ ਸਿਰ ਤੋਂ ਕਦੇ ਪਾਪ ਨਹੀਂ ਲੱਥਦਾ। ਆਖੋ ਸਤਿਨਾਮ। ਤੁਸੀਂ ਭਾਵੇਂ ਮਾਸ ਖਾਓ ਨਾ ਖਾਓ, ਜੇ ਮਾਸਾਹਾਰੀ ਕੋਲ ਵੀ ਬੈਠੇ ਹੋ ਨਾ, ਉਹਦਾ ਹੀ ਗੁਨਾਹ ਹੈ। ਤੁਸੀਂ ਨਹੀਂ ਖਾ ਰਹੇ। ਬਣਾਉਣ ਵਾਲਾ ਬੱਕਰਾ ਵੱਢ ਕੇ ਮਾਸ ਬਣਾਉਣ ਲੱਗਾ, ਤੁਸੀਂ ਕੋਲ ਖੜੇ ਹੋ, ਬਰਾਬਰ ਦੇ ਗੁਨਾਹਗਾਰ ਹੋ। ਨਾਮ ਵਿੱਚ ਦੱਸਦੇ ਹੋ, ਬਰਾਬਰ ਦੇ ਗੁਨਾਹਗਾਰ ਹੋ। ਸਲਾਹ ਦੱਸ ਰਹੇ ਹੋ ਫਲਾਣੀ ਥਾਂ ਤੋਂ ਇਹ ਮਾਸ ਮਿਲੇਗਾ। ਧਾਰਮਿਕ ਗ੍ਰੰਥਾਂ 'ਚ ਸਾਰਾ ਕੁਝ ਲਿਖਿਆ ਹੈ ਕਿ 8 ਤਰ੍ਹਾਂ ਦੇ ਬੰਦੇ, ਸਲਾਹ ਦੇਣ ਵਾਲੇ ਵੀ ਇਸ ਪਾਪ ਦੇ ਹਿੱਸੇਦਾਰ ਨੇ। ਪਿਤਾ ਕਲਿਆਣ ਚੰਦ ਕਹਿੰਦੇ ਉਹਨਾਂ ਬੱਕਰੇ ਮੰਗਾ ਲਏ। ਵੱਢਣ ਵਾਲੇ ਕਸਾਈ ਵੀ ਆ ਗਏ। ਪੰਡਤ ਨੇ ਤੇ ਇਸ਼ਾਰਾ ਹੀ ਕਰਨਾ, ਵੱਢਦੇ ਗਰਦਨ। ਇੱਕ ਦੋ ਚੇਲੇ ਨਾਲ ਹੋਣਗੇ, ਬਾਕੀ ਤੇ ਛੱਲਣਾ ਵੱਢਣਾ ਤੇ ਕਸਾਈਆਂ ਦੀ ਕੰਮ ਹੈ। ਉਹ ਕਿਹੜੀ ਖੁਸ਼ੀ ਹੈ ਜਿਹੜੀ ਕਿਸੇ ਦੀ ਜਾਨ ਲੈ ਕੇ ਮਿਲਦੀ ਹੈ? ਦੱਸੋ। ਸਾਡੇ ਸਤਿਗੁਰ ਤੇ ਕਹਿੰਦੇ ਭਾਈ ਜੇ ਫੁੱਲ ਵੀ ਤੋੜਿਆ ਤੇ ਦਰਗਾਹ 'ਚ ਲੇਖਾ ਦੇਣਾ ਪੈਣਾ। 7ਵੇਂ ਪਾਤਸ਼ਾਹ ਗੁਰੂ ਹਰਿ ਮਹਾਰਾਜ ਤੋਂ ਫੁੱਲ ਟੁੱਟ ਗਿਆ ਸੀ ਇੱਕ ਵਾਰ ਅਣਜਾਣੇ 'ਚ, ਤੇ 6ਵੇਂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ? ਕੀਰਤਪੁਰ ਦੀ ਧਰਤੀ ਤੇ ਕਹਿੰਦੇ ਚੋਲੇ ਪਾਉਣ ਦਾ ਹੀ ਸ਼ੌਂਕ ਹੈ, ਸੰਭਾਲ ਕੇ ਨਹੀਂ ਤੁਰਿਆ ਜਾਂਦਾ। ਇੱਕ ਮਾਸੂਮ ਜਿਹਾ ਫੁੱਲ ਹਰ ਰਾਏ ਜੀ ਤੁਹਾਡੇ ਚੋਲੇ ਨਾਲ ਟੁੱਟ ਗਿਆ, ਇਹਨੇ ਤੁਹਾਡਾ ਕੀ ਵਿਗਾੜਿਆ ਸੀ? ਕਹਿੰਦੇ ਐਡਾ ਵੱਡਾ ਦੁੱਖ ਲੱਗਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਫੁੱਲ ਦੇ ਟੁੱਟਣ ਦਾ। ਸਾਰੀ ਜ਼ਿੰਦਗੀ ਗੁਰੂ ਹਰਿ ਸਾਹਿਬ ਮਹਾਰਾਜ ਜਦ ਤੱਕ ਸਰੀਰ ਤੱਕ ਰਹੇ ਨੇ, ਜਦ ਵੀ ਤੁਰਦੇ ਸੀ ਚੋਲਾ ਇਕੱਠਾ ਕਰਕੇ ਤੁਰਦੇ ਸੀ, ਜਦ ਵੀ ਤੁਰਦੇ ਸੀ। ਅਚਰਚੇਤ ਵੀ ਤੁਰਨਾ, ਚੋਲਾ ਨਹੀਂ ਛੱਡਿਆ। ਜਾਣਦੇ ਸੀ ਇਸ ਚੋਲੇ ਨਾਲ ਫੁੱਲ ਟੁੱਟਿਆ ਹੈ। ਉਹ ਅਸੀਂ ਕਿੰਨਿਆਂ ਮਾਸੂਮਾਂ ਦਾ ਕਤਲ ਕਰਕੇ ਖੁਸ਼ੀ ਮਨਾਉਂਦੇ ਆ ਤੇ ਲੋਕਾਂ ਦੇ ਤਲਾਕ ਵੀ ਤਾਂ ਹੀ ਹੋ ਰਹੇ ਆ। ਘਰਾਂ 'ਚ ਕਲੇਸ਼ ਕਿਉਂ ਹੈ? ਜਿਨ੍ਹਾਂ ਨੂੰ ਵੱਢ ਕੇ, ਜਿਨ੍ਹਾਂ ਨੂੰ ਖਾ ਕੇ ਆਇਆ ਹੈ, ਉਹ ਰੂਹਾਂ ਤੇਰੇ ਘਰ ਹੀ ਭਟਕਣੀਆਂ ਨੇ, ਜਿਨ੍ਹਾਂ ਦੇ ਸਰੀਰ ਦੀਆਂ ਬੂਟੀਆਂ ਦੇ ਅੰਦਰ ਪਈਆਂ ਨੇ। ਤੇ ਤੂੰ ਆਖਦਾ ਜੀ ਅਸੀਂ ਪਰੇਸ਼ਾਨ ਬੜੇ, ਅਸੀਂ ਅਸ਼ਾਂਤ ਬੜੇ, ਹੋਣਾ ਹੀ ਹੈ। ਕਿੰਨੀਆਂ ਰੂਹਾਂ ਤੇਰੇ ਘਰ ਬੈਠੀਆਂ ਨੇ ਜਿਹੜੀਆਂ ਅਣ ਹੋਈਆਂ ਨੇ, ਜਿਨ੍ਹਾਂ ਨੂੰ ਕੋਹ ਕੇ ਮਾਰਿਆ, ਲੇਖਾ ਤੇ ਫਿਰ ਲੈਣਗੀਆਂ। ਇੱਥੇ ਤੇ ਕਿਸੇ ਦੀ ਲਾਸ਼ ਦੱਬੀ ਹੋਵੇ ਧਰਤੀ ਦੇ ਵਿੱਚ, ਰੂਹਾਂ ਭਟਕਦੀਆਂ ਫਿਰਦੀਆਂ ਨੂੰ ਹੁੰਦਾ ਵੀ ਮੇਰਾ ਸਰੀਰ ਪਿਆ, ਤੇ ਜਿਹਦੇ ਸਰੀਰ ਅੰਦਰ ਸਰੀਰ ਚਲੇ ਗਿਆ ਛੱਡਣਗੀਆਂ। ਜਿਸ ਸਰੀਰ ਦੇ ਨਾਲ ਏਡਾ ਮੋਹ ਸੀ, ਭਾਵੇਂ ਉਹ ਜਾਨਵਰ ਦਾ ਰੂਹ ਤੇ ਰੂਹ ਹੈ। ਕਹਿੰਦੇ ਪਿਤਾ ਜੀ ਨੇ ਵੀ ਉਹੀ ਕੀਤਾ ਜੋ ਉਹਨਾਂ ਦੇ ਧਰਮ 'ਚ ਚੱਲਦਾ ਸੀ। ਹੈ ਤੇ ਪਾਪ ਹੈ। ਜੇ ਸਿੱਖ ਧਰਮ ਵੀ ਕਹਿੰਦਾ ਮਾਸ ਖਾਓ, ਫਿਰ ਇਹ ਧਰਮ ਦੀ ਲੋੜ ਕੀ ਸੀ? ਪਹਿਲਾਂ ਹੀ ਵਧੀਆ ਧਰਮ ਚੱਲਦੇ ਸੀ। ਆਖੋ ਸਤਿਨਾਮ। ਇੱਕ ਸੋਚਣ ਵਾਲੀ ਗੱਲ ਹੈ ਜੀ, ਜੇ ਮੁਸਲਮਾਨ ਵੀ ਮਾਸ ਖਾਂਦੇ ਆ, ਹਿੰਦੂ ਵੀ ਖਾਂਦੇ ਆ, ਤੇ ਸਿੱਖ ਵੱਖਰਾ ਕਿਵੇਂ ਆ? ਫਿਰ
कोई एक चीज दस दिओ वखरेवा की है? जे खाना पीना ही बराबर है, वखरा किवें है? ਇਹਦਾ ਵਖਰੇਵਾ ਇਹੀ ਹੈ। ਇੱਥੇ ਤੇ ਫੁੱਲ ਟੁੱਟਿਆ ਤੋਂ ਵੀ ਸਤਿਗੁਰ ਕਹਿੰਦੇ ਨੇ ਪਾਤੀ ਤੋੜੈ ਮਲਨੀ, ਪਾਤੀ ਤੋੜੈ ਜੀਓ। ਜਿਸ ਬਾਹਨ ਕੋ ਪਾਤੀ ਤੋੜੈ ਸੋ ਬਾਹਨ ਨਿਰਜੀਓ। ਮਹਾਰਾਜ ਕਹਿੰਦੇ ਜਿਸ ਨਿਰਜੀਵ ਨਿਰਜਿੰਦ ਪੱਤਰ ਲਈ ਤੂੰ ਪੱਤਾ ਤੋੜਦਾ ਫਿਰਦਾ ਹੋਏ ਮਾਲੀਆ, ਫੁੱਲ ਤੋੜਦਾ ਫਿਰਦਾ ਹੈ। ਕਹਿੰਦੇ ਇੱਕ ਪੱਥਰ ਦੀ ਪੂਜਾ ਵਾਸਤੇ ਤੂੰ ਰੱਬ ਦੀ ਬਣਾਈ ਹੋਈ ਫਲਵਾੜੀ ਉਜਾੜਦੀ, ਕਿਹੜੀ ਦਰਗਾਹ ਚ ਲਿਖਾ ਦੇਗਾ ਖੁਸਾ ਦਾ ਨਾਮ। ਇੱਥੇ ਤੇ ਫੁੱਲ ਤੋੜੇ ਦਾ ਗੁਨਾਹ ਗੁਰੂ ਸਾਹਿਬ ਦੱਸਦੇ ਤੇ ਫਿਰ ਜੀਵ ਹੱਤਿਆ ਦਾ ਕਿੱਡਾ ਹੋਣਾ ਕੀ ਸੋਚੋ। ਜਪਜੀ ਸਾਹਿਬ ਪੜ੍ਹਦੇ ਆ ਤਾਂ ਸਾਰੇ 20 ਬੱਕਰੇ ਮੀਟ ਖਾ ਕੇ ਲੋਕੀ ਪਾਠ ਕਰਕੇ ਵਿਖਾਉਂਦੇ, ਕਹਿੰਦੇ ਮੈਂ ਸੁਖਮਨੀ ਸਾਹਿਬ ਪੜ੍ਹਦਾ, ਮੈਂ ਜਪਜੀ ਸਾਹਿਬ। ਕੋਈ ਮੂਰਖਾ ਕਦੇ ਪੜ੍ਹਿਆ? ਸਤਿਗੁਰ ਤੇ ਪਹਿਲੀਆਂ ਪੌੜੀਆਂ ਚ ਹੀ ਕਹਿੰਦੇ ਨੇ ਅਸੰਖ ਗੱਲ ਵੱਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਕਹਿੰਦੇ ਅਸੰਖਾਂ ਨੇ ਗਲ ਵੱਢ ਕੇ ਹੱਤਿਆ ਕੀਤੀ ਜੀਵਾਂ ਦੀ, ਅਸੰਖਾਂ ਪਾਪੀਆਂ ਨੇ ਪਾਪ ਕੀਤਾ, ਅਸੰਖ ਮੂਰਖ ਖਾਹੀ ਖਾਏ। ਕਹਿੰਦੇ ਅਸੰਖਾਂ ਮੂਰਖ ਖਾ ਰਹੇ ਨੇ ਤੇ ਅਸੀਂ ਕਹਿੰਦੇ ਆ ਸਾਡੇ ਵਰਗਾ ਧਰਮੀ ਕੋਈ ਨਹੀਂ। ਆਖੋ ਸਾਡਾ ਨਾਮ ਕਿਹੜੇ ਨਰਕ ਥਾਂ ਦੇਣਗੇ ਜੀ। ਪੰਡਤ ਹਰਦਿਆਲ ਬੇਸ਼ੱਕ ਉਹ ਗੁਣਾਂ ਨਾਲ ਜੁੜੇ ਹੋਏ ਨੇ, ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨੇ, ਪਰ ਉਹ ਆਪਣੇ ਧਰਮ ਦੀ ਰਵਾਇਤ ਪੂਰੀ ਕਰਦੇ ਸੀ ਮਜਬੂਰ ਹੋ ਕੇ। ਲਿਖਿਆ ਉਹਨਾਂ ਨੇ ਧਰਮ ਵੀ ਬੱਕਰੇ ਵੱਢੇ ਜਾਣਗੇ। ਕਹਿੰਦੇ ਜੀ ਜਦੋਂ ਸਾਰਾ ਕੁਝ ਮੰਗਾ ਲਿਆ, ਵਿਹੜੇ ਲਿਆ ਕੇ ਬੰਨ ਤੇ ਹੁਣ ਉਹ ਬੋਲਦੇ ਆ, ਹਿਣਕਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੜਾ ਤਰਸ ਉਹਨਾਂ ਤੇ ਆਉਂਦਾ ਹੈ। ਛੋਟੇ ਛੋਟੇ ਬੱਚੇ ਵਿਚਾਰੇ ਅੱਜ ਦੇ ਮਹਿਮਾਨ ਨੇ, ਕੱਲ ਦੇ ਮਹਿਮਾਨ ਨੇ, ਕੱਲ ਵੱਢ ਦਿੱਤੇ ਜਾਣਗੇ, ਜਿੰਦ ਰੋਲ ਦਿੱਤੀ ਜਾਊਗੀ। ਕੋਈ ਉਹਨਾਂ ਕੀ ਵਿਗਾੜਿਆ? ਕਿਸੇ ਦਾ ਘਾਹ ਖਾਂਦੇ ਸੀ ਬੰਦੇ ਨੇ, ਉਹਨਾਂ ਦੀ ਗਰਦਨ ਵੱਢ ਦਿੱਤੀ। ਤੂੰ ਤੇ ਖਾਂਦਾ ਵੀ ਮਾਸ ਆ, ਤੇਰਾ ਬਣੂਗਾ ਕੀ? ਆਖੋ ਸਤਿਨਾਮ। ਜੇ ਘਾਹ ਖਾਣ ਵਾਲੇ ਨੂੰ ਐਡੀ ਭਿਆਨਕ ਸਜ਼ਾ ਹੈ ਵੀ ਕੋਹ ਕੇ ਮਾਰਿਆ ਜਾਣਾ, ਤੇ ਫਿਰ ਗੰਦਗੀ ਖਾਣ ਵਾਲੇ ਦੀ ਸਜ਼ਾ ਕੀ ਹੁੰਦੀ ਹੈ? ਇਹ ਉਹੀ ਜਾਣਦਾ ਜਿਹਨੇ ਭੁਗਤਣੀ ਹੈ। ਗੁਰੂ ਸਾਹਿਬ ਕਹਿੰਦੇ ਬੜੇ ਉਦਾਸ ਹੋਏ। ਮਰਦ ਨੂੰ ਕੁਛ ਵੀ ਚੰਗਾ ਨਹੀਂ ਲੱਗਾ ਵੀ ਪਿਤਾ ਜੀ ਮੇਰੇ ਕਰਦੇ ਕੀ ਆ? ਧਰਮੀ ਬਣਾਉਣ ਆਏ ਆ। ਉਹ ਕਿਹੜਾ ਧਰਮ ਹੈ ਜਿਹਦੀ ਬੁਨਿਆਦ ਪਾਪ ਤੋਂ ਸ਼ੁਰੂ ਹੁੰਦੀ ਹੈ? ਜੋ ਛਤਰੀ ਕਾਲੋ ਕੇ ਗਿਆਤੇ ਸਭਿੰਨ ਅਮੰਤੋ ਦੀਨੋ ਖਿਆਤੇ। ਗੁਰੂ ਸਾਹਿਬ ਦੇ ਪਿਤਾ ਜੀ ਨੇ ਕਹਿੰਦੇ ਆਪਣੇ ਜਿੰਨੇ ਦੋਸਤ ਸਨ, ਮਿੱਤਰ ਸਨ, ਖੱਤਰੀ ਲੋਕ, ਰਿਸ਼ਤੇਦਾਰ, ਸਭ ਨੂੰ ਨਿਮੰਤਰਣ ਦਿੱਤਾ, ਸੱਦਾ ਪੱਤਰ ਸਪੈਸ਼ਲ ਤੌਰ ਤੇ ਕੱਲੇ ਕੱਲੇ ਘਰ ਨੂੰ ਸੱਦਾ ਦਿੱਤਾ। ਕਹਿੰਦੇ ਮੈਂ ਆਪਣੇ ਪੁੱਤ ਨੂੰ ਜੰਝੂ ਪਵਾਉਣਾ, ਤੁਸੀਂ ਆਇਓ। ਜਿਵੇਂ ਸਿੱਖਾਂ ਦੇ ਘਰੇ ਦਸਤਾਰਬੰਦੀ ਹੁੰਦੀ ਨਾ, ਬਚਪਨ 'ਚ ਬੱਚੇ ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਾਉਂਦੇ, ਸਾਰਾ ਮਹੱਲਾ ਬੁਲਾਇਆ ਹੁੰਦਾ ਵੀ ਅੱਜ ਦਸਤਾਰਬੰਦੀ ਕਰਾਂਗੇ ਜੀ। ਉਹ ਵਿਰਲੇ ਕਰਦੇ ਆ, ਕਿਉਂਕਿ ਅੱਜ ਸਿੱਖੀ ਕੇਸਾਂ ਸਵਾਸਾਂ ਵਾਲੀ ਬਹੁਤ ਘੱਟ ਮਿਲਦੀ ਹੈ। ਹੁਣ ਪਿਤਾ ਜੀ ਨੇ ਤੇ ਬੜੇ ਕਈ ਪਿੰਡਾਂ ਦੇ ਵਿੱਚ, ਆਪਣੇ ਸ਼ਰੀਕਿਆਂ ਦੇ ਵਿੱਚ, ਖੱਤਰੀਆਂ ਦੀ ਹੰਸ ਵਿੱਚ ਜਿੱਥੋਂ ਜਿੱਥੋਂ ਤੱਕ ਤਾਰਾਂ ਜੁੜਦੀਆਂ ਸੀ ਖੱਤ ਦੇ ਤੇ ਕਹਿੰਦੇ ਬਹੁਤ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ। ਹਜ਼ਾਰਾਂ ਲੋਕਾਂ ਨੇ ਆਉਣਾ, ਪਟਵਾਰੀ ਨੇ ਰਾਏਪੁਰ ਦੀ ਤਲਵੰਡੀ ਤੇ, ਪਰ ਇਸ ਨਿਮੰਤਰਣ ਤੇ ਖਾਨ ਸਾਹਿਬ ਨੇ ਵੀ ਆਉਣਾ, ਰਾਏਬੁਲਾਰ ਸਾਹਿਬ। ਬੇਸ਼ੱਕ ਉਹ ਮੁਸਲਮਾਨ ਨੇ, ਪਰ ਪਹਿਲਾਂ ਹਿੰਦੂ ਸੀ। ਹਿੰਦੂਆਂ ਤੋਂ ਖਾਨ ਬਣੇ ਨੇ, ਭੱਟੀਆਂ ਤੋਂ ਮੁਸਲਮਾਨ ਬਣੇ ਨੇ। ਬੇਸ਼ੱਕ ਉਹ ਇਸ ਰਸਮ ਦਾ ਹਿੱਸਾ ਨਹੀਂ ਹੋਣਗੇ, ਪਰ ਐਜ਼ ਏ ਫਰੈਂਡ ਉਹਨਾਂ ਨੂੰ ਆਉਣਾ ਪੈਣਾ ਹੈ, ਮਿੱਤਰ ਕਰਕੇ ਆਉਣਾ ਪੈਣਾ। ਰਹਿਣਗੇ ਦੂਰ ਇਸ ਪ੍ਰਕਿਰਿਆ ਤੋਂ, ਨੇੜੇ ਨਹੀਂ ਰਹਿਣਗੇ। ਉਹਨਾਂ ਨੂੰ ਪਤਾ ਹੈ ਜਿੱਥੇ ਬੱਕਰਿਆਂ ਨੂੰ ਕੋਹ ਵੱਢਿਆ ਜਾਣਾ, ਜਿੱਥੇ ਉਹਨਾਂ ਦਾ ਮਾਸ ਉਬਾਲਿਆ ਜਾਣਾ, ਇਹਦੀ ਦੁਰਗੰਧ ਦੇ ਕੋਲ ਮੈਂ ਨਹੀਂ ਬਹਿਣਾ, ਕਿਉਂਕਿ ਮੈਂ ਇੱਕ ਸੱਚਾ ਸੁੱਚਾ ਮੁਸਲਮਾਨ ਹਾਂ। ਸੱਚਾ ਮੁਸਲਮਾਨ ਵੀ ਮਾਸ ਨਹੀਂ ਖਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਖ ਰਹੇ ਨੇ, ਕਹਿੰਦੇ ਬਾਪੂ ਜੀ ਕਰ ਕੀ ਰਹੇ ਨੇ? ਰੌਲਾ ਹੀ ਬੜਾ ਪਾਤਾ ਵੀ ਪੁੱਤ ਨੂੰ ਧਰਮੀ ਬਣਾਉਣਾ ਹੈ। ਕਿਤੇ ਨਾ ਕਿਤੇ ਜਾਣਦੇ ਨਹੀਂ ਨਾ ਪੁੱਤ ਕੌਣ ਹੈ, ਇਹ ਤੇ ਸਮਝ ਹੀ ਨਹੀਂ ਨਾ। ਪੰਡਤ ਹਰਦਿਆਲ ਮਾਨੀ ਮਨ ਸੋਚਦੇ ਨੇ, ਉਹਨਾਂ ਨੂੰ ਪਹਿਲਾਂ ਹੀ ਸ਼ੱਕ ਜਾਏ ਵੀ ਪਿਤਾ ਜੀ ਗੁਰੂ ਸਾਹਿਬ ਦੇ ਰੌਲਾ ਪਾਉਂਦੇ ਆ, ਪੁੱਤ ਨੂੰ ਜੰਝੂ ਪਵਾਉਣਾ, ਮੈਨੂੰ ਤਾਂ ਨਹੀਂ ਲੱਗਦਾ ਪਵਾ ਲੈਣਗੇ। ਆਖੋ ਸਤਿਨਾਮ। ਕਿਤੇ ਨਾ ਕਿਤੇ ਅੰਦਰੋਂ ਅਹਿਸਾਸ ਹੋ ਰਿਹਾ ਹੈ ਵੀ ਕੰਮ ਗੜਬੜ ਨਾ ਹੋ ਜੇ, ਰੌਲਾ ਹੀ ਨਾ ਪੈ ਜੇ ਕੋਈ, ਕਿਤੇ ਇਹਨੇ ਲੋਕਾਂ ਦੇ ਵਿੱਚ ਬਦਨਾਮੀ ਦਾ ਕਾਰਨ ਹੋ ਜੇ ਨਾ। ਔਰ ਜੇ ਨਗਰ ਵਿਪਰ ਬਰ ਰਹੀ
बेदन बिद के बेता कहते ही बहुत बड़ा फंक्शन किया, 101 ब्राह्मण सद्या। ਇੱਥੇ ਤੇ ਆਪਾਂ 2 ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦੇ। ਕਿਤੇ ਕਿਸੇ ਨੇ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੋਵੇ ਨਾ, ਮਹੱਲੇ 'ਚ 20 ਕੋਲ ਰੌਲਾ ਪਾਇਆ ਹੁੰਦਾ ਵੀ 5 ਜਣੇ ਰੋਟੀ ਖਾਣ ਆਉਣਗੇ ਸਾਡੇ ਘਰੇ, ਤੂੰ ਵੀ ਆ ਗਈ, ਤੂੰ ਵੀ ਆ। ਔਖਾ ਨਾ ਹੋਣਾ। 101 ਬ੍ਰਾਹਮਣ। ਉਹ ਸਾਡੇ ਵਾਲਾ ਕੰਮ ਨਹੀਂ ਵੀ ਦੰਦ ਘਸਾਈ ਲੈ ਕੇ ਮੁੜ ਜਾਣਗੇ ਮਾੜੀ ਮੋਟੀ, ਕੋਈ ਗੱਲ ਨਹੀਂ। ਹੁਣ ਬ੍ਰਾਹਮਣ ਨੇ ਜਾਦੇ ਆਉਣਾ ਨਾ, ਕੱਲੇ ਕੱਲੇ ਨੂੰ ਉਸ ਵੇਲੇ ਦਾ 5-500 ਰੁਪਈਆ, ਨਾਲ ਵਸਤਰ, ਕਈ ਪਦਾਰਥ, ਚਾਂਦੀ ਦੇ ਗਹਿਣੇ, ਬਰਤਨ, ਬਿਸਤਰੇ, ਘਰ ਹੀ ਢੋ ਜਾਂਦੇ ਨੇ। ਆਖੋ ਸਤਿਨਾਮ। ਬੜਾ ਸਮਾਨ ਇਕੱਠਾ ਕਰਦੇ ਆ ਜੀ, ਧਰਮ ਛੱਡ ਲੈਂਦੇ, ਮੌਜਾਂ ਨੇ। ਕਹਿੰਦੇ ਜੀ 101 ਬ੍ਰਾਹਮਣ ਨੂੰ ਸੱਦਾ ਦਿੱਤਾ। ਤੁਸੀਂ ਇਹ ਹਿਸਾਬ ਲਾ ਲਓ ਵੀ 100 ਬੰਦਾ ਲਾਈਨ 'ਚ ਬਿਠਾਓਗੇ, ਕਿੱਥੇ ਤੱਕ ਜਾਓ, ਕਿੱਡੀ ਭੀੜ ਹੋਊ, ਤੇ ਫੰਕਸ਼ਨ ਕਿੱਡਾ ਹੋਣਾ। ਸਾਰਾ ਪਿੰਡ ਰਾਏ ਭੋਈ ਦੀ ਤਲਵੰਡੀ, 10 ਪਿੰਡਾਂ ਜਿੱਡਾ ਪਿੰਡ ਹੈ। ਬ੍ਰਾਹਮਣਾਂ ਨੂੰ ਸਪੈਸ਼ਲ ਸੱਦਾ, ਖੱਤਰੀਆਂ ਨੂੰ ਸਪੈਸ਼ਲ ਸੱਦਾ, ਪਰ ਜਿਹੜੇ ਆਮ ਲੋਕ ਸੀ ਨਾ, ਸ਼ੂਦਰ, ਉਹ ਨਹੀਂ ਬੁਲਾਏ। ਧਿਆਨ ਦਿਓ, ਕਿਉਂਕਿ ਉਹ ਛੂਤ ਛਾਤ ਬੜਾ ਸੀ ਕਿ ਜਿੱਥੇ ਬ੍ਰਾਹਮਣ ਬੈਠੂ, ਜਿੱਥੇ ਖੱਤਰੀ ਬੈਠੂ, ਕੀ ਔਕਾਤ ਹੈ ਕਿਸੇ ਨੀਵੀਂ ਜਾਤ ਵਾਲੇ ਦੀ ਬਹਿ ਜਾ ਕੇ ਉੱਥੇ। ਜੇ ਉਹਦਾ ਪਰਛਾਵਾਂ ਵੀ ਪੈ ਗਿਆ, ਭਿੱਟਿਆ ਜਾਣਾ। ਵੱਡੇ ਲੋਕ ਨੇ ਜੀ, ਬੇਦੀ ਖੱਤਰੀ ਨੇ, ਤੇ ਬ੍ਰਾਹਮਣ ਅਤੇ ਖੱਤਰੀ ਉੱਚੀਆਂ ਜਾਤਾਂ ਨੇ, ਮਹਾਨ ਪਵਿੱਤਰ ਮੰਨੀਆਂ ਜਾਂਦੀਆਂ ਨੇ। ਅੱਜ ਵੀ ਸਾਡੇ ਭਾਰਤ ਦੇਸ਼ ਵਿੱਚ ਇਹੀ ਕੁਛ ਕਰਨ ਨੂੰ ਫਿਰਦੇ ਨੇ। ਅੱਜ ਇੰਨੇ ਹਵਾ ਜੀ ਦਿਖਾਉਂਦੇ ਫਿਰਦੇ ਆ ਨਾ, ਅਸੀਂ ਆਪਾਂ ਸਾਰੇ ਜੰਨੇ ਵੀ ਅਸੀਂ ਜਨਰਲ ਕੈਟਾਗਰੀ ਆ। ਪਰ ਖੜ ਕੇ ਥੋੜੀ ਦੇਰ, ਜੇ ਹਾਲਾਤ ਆਹੀ ਰਹੇ ਨਾ ਇਹਨਾਂ ਲੋਕਾਂ ਦੇ, ਬਸ ਫਿਰ ਬੈਕਵਰਡ ਕਲਾਸ, ਲੋਅਰ ਕਲਾਸ ਆਪਣੇ ਲਈ ਵੀ ਤਿਆਰ ਹੈ ਜਨਰਲ ਵਿੱਚ, ਤੇ ਬਸ ਬ੍ਰਾਹਮਣ ਬਣੀਏ ਤੇ ਪੜ੍ਹਦੇ ਰਹਿਣਗੇ, ਖੱਤਰੀ ਹੋ ਰਹਿਣਗੇ। ਇਹਨਾਂ ਦੇ ਬੜੇ ਭੈੜੇ ਮਨਸੂਬੇ ਨੇ ਮਨੂਵਾਦ ਦੇ। ਪਹਿਲਾਂ ਇਹੀ ਚੱਲਦਾ ਸੀ, ਕਹਿੰਦੇ ਜੀ ਸਾਰੇ ਬੁਲਾਵੇ ਪਰ ਗੁਰੂ ਸਾਹਿਬ ਨੂੰ ਚੰਗਾ ਜਾਣੀ ਰੱਖਾ। ਮਨ ਹੀ ਮਨ ਸੋਚਦੇ ਆ ਕਿ ਉਹ ਰੱਬ ਦੇ ਬਣਾਏ ਬੰਦੇ ਨਹੀਂ ਬਣਾਏ। ਵੱਡੇ ਵੱਡੇ ਇਕੱਠੇ ਹੋ ਗਏ, ਜਿੱਦਾਂ ਹੁਣ ਅਮੀਰਾਂ ਦੇ ਰਿਸ਼ਤੇਦਾਰ ਅਮੀਰ ਹੀ ਹੁੰਦੇ, ਗਰੀਬ ਨੂੰ ਥੋੜਾ ਪੁੱਛਦਾ ਉੱਥੇ। ਜੇ ਗਰੀਬ ਆ ਵੀ ਜਾਏ ਤੇ ਬਦਨਾਮ ਕਰਦੇ, ਉਹ ਜਲੀਲ ਕਰਦੇ। ਆ ਕਿਵੇਂ ਗਿਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਤਮਾਸ਼ੇ ਨੂੰ ਕੋਲ ਹੋ ਕੇ ਵੇਖਦੇ ਰਹੇ। ਕਹਿੰਦੇ ਜਦੋਂ ਤੰਬੂ ਗੱਡੇ ਗਏ, ਕਿੱਲੇ ਕੱਟਦੇ ਤੰਬੂਆਂ ਦੇ, ਕਨਾਤਾਂ ਲਾਉਣ ਵਾਸਤੇ ਬਾਂਸ ਕੱਢੇ ਜਾਂਦੇ ਆ, ਗੁਰੂ ਸਾਹਿਬ ਪਿੱਛੇ ਹੱਥ ਧੜ ਕੇ ਕੋਲ ਖੜੇ ਵੇਖੀ ਜਾਂਦੇ ਵੀ ਕਰ ਕੀ ਰਹੇ ਨੇ ਇਹ, ਤੇ ਸਾਨੂੰ ਟੰਗਣ ਨੂੰ ਫਿਰਦੇ ਆ ਵੀ ਨਾੜ ਜਗਾੜ ਜਿੰਨਾ ਕੁਝ ਹੋ ਰਿਹਾ ਹੈ, ਮੈਨੂੰ ਧਰਮੀ ਬਣਾਉਣ ਵਾਸਤੇ, ਇੱਕ ਜਨੇਊ ਪਾਉਣ ਵਾਸਤੇ ਇੰਨਾ ਖਰਚਾ। ਹੱਸਦੇ ਹਨ, ਸਾਰਾ ਤਮਾਸ਼ਾ ਵੇਖਦੇ ਹਨ। ਦਇਆ ਅਮੰਤੋ ਸਭਨੇ ਪੁਕਾਰੀ, ਆਏ ਕਾਲੋ ਧਾਮ ਮਯਾਰੀ। ਜਿਹੜਾ ਦਿਨ ਨੀਅਤ ਕੀਤਾ ਸੀ ਉਹ ਦਿਨ ਆ ਗਿਆ, ਤੰਬੂ ਕਨਾਤਾਂ ਲੱਗ ਗਈਆਂ, ਭੱਠੀਆਂ ਚੜ੍ਹ ਗਈਆਂ, ਹਲਵਾਈ ਲੱਗ ਗਏ। ਅੱਗੇ ਕੋਈ ਸਮਾਗਮ ਜਾਂ ਵਿਆਹ ਹੁੰਦਾ ਸੀ, ਹਫ਼ਤਾ ਪਹਿਲਾਂ ਹਲਵਾਈ ਲਾਉਣੇ ਪੈਂਦੇ ਸੀ। ਕਹਿੰਦੇ ਜੋ ਸਾਰਾ ਕੁਝ ਚੱਲਦਾ ਰਿਹਾ, ਉਹ ਦਿਨ ਆ ਗਿਆ, ਪਿਤਾ ਜੀ ਦੀ ਖੂਬ ਤਿਆਰ, ਸੋਹਣੀ ਧੋਤੀ ਲਾਈ, ਕਿਉਂਕਿ ਅੱਜ ਰਸਮ ਹੋਣੀ ਹੈ। ਅੱਜ ਵੀ ਤੁਸੀਂ ਵੇਖੋ ਲਾਉਂਦੇ ਆ ਲੋਕੀ, ਪੁੱਤਰ ਦੇ ਸਿਰ ਦਾ ਮੁੰਡਨ ਹੋਣਾ ਹੈ, ਜਾਂ ਕਿਤੇ ਕੋਈ ਰਸਮ ਹੋਣੀ ਹੈ, ਕਿਤੇ ਜੱਗ ਹੋਣਾ ਹੈ, ਚੰਗੇ ਭਲੇ ਬੰਦੇ ਦਾ ਜਲੂਸ ਕੱਢਿਆ ਤਾਂ ਧੋਤੀ ਲਵਾਈ ਹੁੰਦੀ, ਪੈਂਟ ਲਵਾ ਕੇ। ਪੈਠਾਂ ਦਾ ਵੀ ਫਿਰ ਬੋਦੀ ਜੀ ਛੱਡ ਕੇ ਕਾਹਦੇ ਆ ਪੜ੍ਹਦਾ, ਕਹਿੰਦਾ ਮੇਰੇ ਵਰਗਾ ਪੜ੍ਹ ਕੇ ਬੈਠ ਕੇ ਤੂੰ ਧਰਮੀ ਬਣਨਾ। ਪਿਤਾ ਜੀ ਧੋਤੀ ਲਾਈ ਫਿਰਦੇ ਆ, ਤਿਲਕ ਲਾਇਆ ਬਹੁਤ ਵੱਡਾ, ਬੋਦੀ ਛੱਡੀ ਅੱਜ ਚਾਚਾ ਜੀ ਨੇ ਵੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਨੂੰ ਵੇਖ ਵੇਖ ਅੰਦਰੋਂ ਹੱਸਦੇ ਆ, ਖੁਸ਼ ਬੜੇ ਆ। ਤੇ ਪਿਤਾ ਆਪਣੇ ਪੁੱਤ ਨੂੰ ਵੇਖ ਕੇ ਖੁਸ਼ ਹੈ ਵੀ ਪੁੱਤ ਮੇਰੇ ਨੂੰ ਧਰਮੀ ਬਣਨ ਦਾ ਚਾਈ ਬੜਾ। ਸਤਿਨਾਮ। ਇਹ ਪਹਿਲੇ ਧਰਮ ਦੀਆਂ ਗੱਲਾਂ ਕਰਦਾ ਹੈ। ਕਹਿੰਦੇ ਲੋਕ ਆਉਣ ਜੀ, ਇੱਕ ਤੋਂ ਇੱਕ ਤਿਆਰ ਹੋਇਆ, ਜਨੇਊ ਪਾਏ ਹੋਏ ਉੱਪਰ ਦੀ, ਗਾਤਰੇ ਵਾਂਗੂ ਇੱਕ ਪਾਸੇ ਨੂੰ, ਕਿਸੇ ਨੇ ਕੰਨ ਕੋਲ ਬੰਨਿਆ ਹੋਇਆ। ਮਰਦ ਬੜੇ ਜਿਹੜਾ ਕਰੇ ਨਾਨਕ ਜੀ ਦੇ ਸਿਰ ਤੇ ਹੱਥ ਰੱਖ ਦਿਆ ਕਰੇ, ਕਹਿੰਦੇ ਪੁੱਤ ਵਧਾਈਆਂ ਤੈਨੂੰ। ਤੇ ਗੁਰੂ ਸਾਹਿਬ ਬੜੇ ਹੈਰਾਨ ਨੇ ਵੀ ਖਾਣ ਪੀਣ ਦੇ ਯਾਰ ਇਕੱਠੇ ਹੋਏ ਸਾਰੇ, ਜਨੇਊ ਮੈਂ ਪਾਉਣਾ ਹੈ, ਧਰਮੀ ਮੈਂ ਬਣਨਾ ਹੈ, ਵੀ ਏਡਾ ਕਿੰਨਾ ਕੁ ਭਾਰਾ ਤੁਸੀਂ 500 ਬੰਦਾ ਇਕੱਠਾ ਕੀਤਾ। ਫਿਰ ਸਤਿਨਾਮ। ਸੋਚਣ ਵਾਲੀ ਗੱਲ ਹੈ ਵੀ 500 1000 ਬੰਦਾ ਇਕੱਠਾ ਕੀਤਾ ਹੈ, ਕਿਹੜੀ ਵੇਟ ਲਿਫਟ ਨਾਲ ਚੁੱਕਣਾ ਜਨੇਊ, ਜਿਹੜੇ ਇੰਨੇ ਬੰਦਿਆਂ ਨੇ ਪਾਉਣਾ ਫੜ ਕੇ। ਹਾਸਾ ਤੇ ਆਊਗਾ ਨਾ, ਕਿਉਂਕਿ ਸਤਿਗੁਰਾਂ ਨੇ ਪਹਿਲਾਂ ਹੀ ਤਰਕ ਕਰ ਦੇਣੀ ਹੈ। ਤੇ ਪੰਡਤ ਹਰਦਿਆਲ ਮਰਦ ਤੋਂ ਨਜ਼ਰ ਬਚਾਉਂਦੇ ਫਿਰਦੇ ਆ, ਕਿਉਂਕਿ ਉਹ ਪਿਤਾ ਜੀ ਦੇ ਵੀ ਖਾਸ ਨੇ। ਉਹ ਵੀ ਪਹੁੰਚ ਗਏ,
101 ਬ੍ਰਾਹਮਣ ਪੰਡਤ ਪਹੁੰਚੇ ਆਏ। ਬਹੁਤ ਵੱਡੇ ਗਰਾਊਂਡ ਦੇ ਵਿੱਚ, ਘਰ ਦੇ ਵਿਹੜੇ ਦੇ ਵਿੱਚ ਸਮਾਗਮ ਆਰੰਭ ਹੋ ਗਿਆ ਏ। ਗੋਮੇ ਸੋਲੇ ਪੰਛਿਤ ਕਰਕੇ ਪੂਰਿਓ ਚੌਂਕ ਹਰਖੇ ਔਰ ਧਰ ਕੇ। ਦੂਰ ਤੋਂ ਰੱਸੀਆਂ ਲਾ ਕੇ ਬਾਉਂਡਰੀ ਵਾਲ ਕੀਤੀ ਗਈ ਵੀ ਕੋਈ ਬੰਦਾ ਅੰਦਰ ਨਾ ਜੇ, ਰੱਸੀਆਂ ਲਾ ਕੇ। ਉਹਦੇ ਵਿੱਚ ਵਿਚਾਲੇ ਬ੍ਰਾਹਮਣਾਂ ਨੇ ਪੋਚਾ ਲਵਾਇਆ ਜੀ ਗੋਹੇ ਦਾ। ਗੋਬਰ ਹੁੰਦਾ ਨਾ, ਗਾਂ ਦਾ ਗੋਹਾ। ਲੈ ਇੱਥੇ ਦੇ ਗੋਹੇ 'ਚ ਵੀ ਫਰਕ ਹੈ, ਉਹ ਵੀ ਡਿਫਰੈਂਸ ਹੈ ਵੀ ਮੱਝ ਵਾਲਾ ਗੋਹਾ ਨਹੀਂ ਲੈ ਕੇ ਆਉਣਾ, ਗਾਂ ਵਾਲਾ ਲੈ ਕੇ ਆਉਣਾ, ਕਿਉਂਕਿ ਚਸੋਨਾ ਹੁੰਦਾ, ਉਹ ਪਵਿੱਤਰ ਹੈ। ਪਿਆਰਿਓ, ਹੁਣ ਤੱਕ ਗੋਰੇ ਹੈਰਾਨ ਸੀ, ਕਹਿੰਦੇ ਯਾਰ ਦੁੱਧ ਪੀ ਕੇ ਸਿਹਤ ਬਣਦੀ ਹੈ, ਮੱਖਣ ਖਾਓ। ਪਹਿਲੀ ਵਾਰ ਪਤਾ ਲੱਗਿਆ ਪਿਛਲੇ 10 ਸਾਲਾਂ ਤੋਂ ਵੀ ਗੋਹਾ ਖਾ ਕੇ, ਮੂਤ ਪੀ ਕੇ ਵੀ ਸਿਹਤ ਬਣਦੀ ਆ। ਆਖੋ ਸਤਿਨਾਮ। ਇਹ ਕੰਮ ਕਿਹੜੇ ਪਾਸੇ ਜਾਂਦਾ? ਦੁੱਧ ਯੂਰਪ ਵਾਲੇ ਪੀ ਜਾਂਦੇ ਨੇ, ਮੂਤ ਸਾਡੇ ਵਾਲੇ ਪੀ ਜਾਂਦੇ। ਅੱਗੇ ਬਜ਼ੁਰਗ ਕਹਿੰਦੇ ਸੀ ਨਾ, ਜੇ ਕੋਈ ਜਵਾਕ ਬਾਰ-ਬਾਰ ਕਹਿੰਦਾ ਸੀ ਮਾਤਾ ਲੱਸੀ ਪੀਣੀ ਆ, ਦੁੱਧ ਪੀਣਾ, ਕਹਿੰਦੇ ਮੂਤ ਪੀ ਲਾ। ਉਹ ਕਹਿੰਦਾ ਸੀ ਲੈ ਮਾਂ ਨੇ ਬੜਾ ਭੈੜਾ ਸ਼ਬਦ ਵਰਤੇ ਯਾਰ, ਅੱਜ ਤੋਂ ਬਾਅਦ ਦੁੱਧ ਛੱਡਿਆ ਆਪਾਂ ਨੇ। ਹੁਣ ਤੇ ਲੋਕੀ ਹੁੱਬ ਕੇ ਪੀਂਦੇ ਆ ਜੀ। ਦੁੱਧ 55 ਰੁਪਏ ਕਿਲੋ, ਗਊ 96 ਰੁਪਏ ਲੀਟਰ। ਫਿਰ ਹੈ ਨਾ ਦੇਸ਼ ਤਰੱਕੀ ਦੀ ਰਾਹ ਤੇ ਜਾਊਗਾ। ਕਹਿੰਦੇ ਜੀ ਉਹਨਾਂ ਨੇ ਗੋਹੇ ਨਾਲ ਲਿਪ ਦਿੱਤਾ ਬੜੀ ਦੂਰ ਤੱਕ। ਕਹਿੰਦੇ ਜੀ ਕਿਸੇ ਨੇ ਤੇ ਨੇੜੇ ਨਹੀਂ ਆਉਣਾ, ਚੌਂਕਾ ਪਿੱਟਿਆ ਜਾਏਗਾ। ਚੌਂਕਾ ਬਣਾ ਲਿਆ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆ। ਮਤ ਪਿੱਟਾ ਬੇਮਤ ਪਿੱਟਾ, ਇਹੋ ਅੰਨ ਸਾਡਾ ਪਿੱਟਾ। ਧੰਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖੜ ਕੇ ਵੇਖੀ ਜਾਂਦੇ ਆ। ਕਹਿੰਦੇ ਲਾ ਲਓ ਜੋ ਜਿਹੜਾ ਮਾਨੀ ਮਤ ਦੋ ਵੀ ਜੋ ਤੁਸੀਂ ਚਾਹੇ ਉਹ ਥੋੜੀ ਹੋ ਜੂਗਾ। ਚੌਂਕਾ ਲਿਪਿਆ ਗਿਆ, ਉਹਦੇ ਵਿੱਚ ਬਾਲਣ ਲਿਆ ਕੇ ਹਵਨ ਕੁੰਡ ਤਿਆਰ ਕੀਤਾ ਗਿਆ। ਇਸ ਰੱਸੀ ਦੇ ਅੰਦਰ, ਇਸ ਚਾਰ ਦੀਵਾਰੀ ਦੇ ਅੰਦਰ ਬ੍ਰਾਹਮਣ ਬੋਦੀਆਂ ਛੱਡ ਕੇ, ਮੱਥੇ ਤਿਲਕ ਲਾ ਕੇ ਰਾਮ ਰਾਮ ਕਰਦੇ ਫਿਰਦੇ ਨੇ। ਸ੍ਰੀ ਨਾਨਕ ਜੀ ਪੁਨ ਬੁਲਵਾਏ, ਦਵੇਜ ਬਾਜ ਕੇ ਬੀਚ ਬਿਸਾਈ। ਪੰਡਤ ਹਰਦਿਆਲ ਬੈਠੇ, ਮੰਤਰਾਂ ਦਾ ਜਾਪ ਸ਼ੁਰੂ ਹੋਇਆ। ਪਿਤਾ ਕਲਿਆਣ ਚੰਦ ਨੂੰ ਆਵਾਜ਼ ਦਿੱਤੀ, ਕਹਿੰਦੇ ਪੁੱਤਰ ਕੋ ਹਾਜ਼ਰ ਕੀਆ ਜਾਏ। ਤੇ ਪੁੱਤਰ ਜੀ ਨੂੰ ਪੈ ਗਈ ਚਿੰਤਾ, ਕਹਿੰਦੇ ਨਵੀਂ ਵਸੂਲੀ ਪੈ ਗਿਆ, ਨਾ ਧੋ ਕੇ ਜਾਣਾ ਪੈਣਾ। ਬਸ ਪੁਆਲੇ ਮਰਦ ਨੂੰ ਵਸਤਰ ਉਤਾਰਦੇ, ਪਾ ਲੈ ਗੁਰੂ ਸਾਹਿਬ ਦੇ ਵਸਤਰ। ਵੇਖੋ ਕਿੱਡਾ ਗਹਿਰਾ ਸੰਦਰਭ ਹੈ। ਜੇ ਮਰਦ ਪਹਿਲੀ ਰੌਲਾ ਪਾ ਦਿੰਦੇ ਮੈਂ ਨਹੀਂ ਕੱਪੜੇ ਪਾਉਣੇ, ਫਿਰ ਕੋਈ ਗੱਲ ਹੀ ਨਹੀਂ ਸੀ ਹੋਣੀ। ਧੋਤੀ ਪਵਾਤੀ, ਵਸਤਰ ਪਾ ਲਏ, ਅੰਦਰ ਨਹੀਂ ਬਦਲ ਸਕਦੇ, ਕੱਪੜਿਆਂ ਦਾ ਕੀ ਹੋ ਜਾਊਗਾ। ਪੰਡਤ ਜੀ ਨੇ ਮੰਤਰ ਪੜ੍ਹ ਕੇ ਆਖਿਆ ਸੁਧ ਕੋ ਬੁਲਾਇਆ ਜਾਏ। ਨਾਨਕ ਜੀ ਆਏ, ਸੀਸ ਝੁਕਾਇਆ ਸਾਰਿਆਂ, ਕਿਉਂਕਿ ਵੱਡੇ ਬੈਠੇ, ਕੁੱਲ ਦੇ ਪੁਰੋਹਿਤ ਬੈਠੇ ਆ। ਇੱਕ ਪਾਸੇ ਪਿਤਾ ਜੀ, ਦੂਜੇ ਪਾਸੇ ਹਵਨ ਦੇ ਚਾਚਾ ਜੀ, ਮਾਤਾ ਜੀ ਕਾਫੀ ਦੂਰੀ ਤੇ ਖੜੇ ਨੇ, ਕਿਉਂਕਿ ਔਰਤਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਕਿੱਡੀ ਵੱਡੀ ਛੂਟ ਛਾਟ ਹੈ, ਹਵਨ ਦੇ ਥੋੜਾ ਵੀ। ਮਰਦ ਨੂੰ ਲਿਆ ਕੇ ਚੌਕੇ ਦੇ ਕੋਲੇ ਬਿਠਾ ਲਿਆ, ਜਿੱਥੇ ਹਵਨ ਬਣਾਇਆ ਹੋਇਆ, ਕੁੰਡ ਬਣਾਇਆ ਹੋਇਆ ਸੀ। ਤੇਲ ਸੁੱਟਦੇ ਆ, ਜੌਂ ਸੁੱਟਦੇ ਆ, ਚੰਗੀਆਂ ਭਲੀਆਂ ਚੀਜ਼ਾਂ ਸਾੜ ਕੇ ਕਹਿੰਦੇ ਸਵਾਹ ਵੀ ਸਵਾਹ ਹੋ ਗਿਆ। ਖੁਦਾ ਨਾਲ ਸਾਰਾ ਕੁਝ ਸਾੜੀ ਜਾਂਦੇ। ਅੱਗ ਲਟ ਲਟ ਕਰਕੇ ਵੱਧਦੀ ਹੈ। ਪੰਡਤ ਹਰਦਿਆਲ ਵੇਦਾਂ ਦੇ ਮੰਤਰ ਉਚਾਰਨ ਲੱਗੇ ਨੇ। ਜਿਉ ਉਡਗਨ ਕੀ ਸਭਾ ਮੁਜਾਰਾ, ਜਾਵਹਿ ਪੂਰਨ ਇੰਦ ਉਦਾਰਾ। 101 ਪੰਡਤ ਬਗਲਿਆਂ ਵਾਂਗੂ ਚਿੱਟੇ ਚਿੱਟੇ ਆਲੇ ਦੁਆਲੇ ਬੈਠੇ ਕੱਪੜੇ ਪਾ ਕੇ। ਗੁਰੂ ਨਾਨਕ ਸਾਹਿਬ ਮਹਾਰਾਜ ਕਵੀ ਕਹਿੰਦੇ ਆ, ਭਾਈ ਬਾਲਾ ਜੀ ਦੱਸਦੇ ਆ, ਕਹਿੰਦੇ ਅੱਧੀ ਰਾਤ ਦੇ ਹਨੇਰੇ ਵਿੱਚ ਚੜੇ ਹੋਏ ਤਾਰਿਆਂ 'ਚ ਜਿਵੇਂ ਚੰਦ ਚੜਿਆ ਹੋਵੇ ਨਾ, ਕਹਿੰਦੇ ਸਭ ਦੀਆਂ ਨਜ਼ਰਾਂ ਗੁਰੂ ਨਾਨਕ ਜੀ ਦੇ ਮੁਖੜੇ ਤੇ ਨੇ। ਆਖੋ ਸਤਿਨਾਮ। ਉਹਨਾਂ ਤਾਰਿਆਂ 'ਚ ਗੁਰੂ ਸਾਹਿਬ ਚੰਦਰਮਾ ਵਤ ਨੇ। ਚਿਹਰੇ ਤੇ ਆਭਾ ਬੜੀ ਹੈ, ਸ਼ੋਭਾ ਬੜੀ, ਕੋਰਾ ਚਿੱਟਾ ਰੰਗ, ਕੋਈ ਸ਼ਿਕਲ ਨਹੀਂ ਹੈ, ਕੋਈ ਘਬਰਾਹਟ ਨਹੀਂ ਹੈ। ਆਏ ਨੇ, ਉਮਰ ਬੜੀ ਛੋਟੀ ਹੈ, ਹੱਸਦੇ ਹੱਸਦੇ ਕੋਲ ਬਹਿ ਗਏ। ਹੁਣ ਪੰਡਤ ਹਰਦਿਆਲ ਅੱਗ ਹਵਨ ਦੇ ਦੂਜੇ ਪਾਸੇ ਬੈਠੇ। ਉਹਨਾਂ ਨੇ ਕਈ ਮੰਤਰ ਪੜ੍ਹੇ ਜੀ, ਗੰਗਾ ਜਲ ਛਿੜਕਿਆ। ਹੁਣ ਜੋ ਉਹਨਾਂ ਦੀ ਰਸਮ ਹੈ ਉਹਨੂੰ ਅਦਾ ਕਰਦੇ ਨੇ। ਸੋਭਾ ਸੰਜੁਤ ਤਿਉ ਤਹਿ ਜਾਏ, ਵੈਸੇ ਬੀਚ ਸਭਾ ਸੁਖਦਾਈ। 1 ਘੰਟਾ ਸਤਿਗੁਰ ਜੀ ਚੁੱਪਚਾਪ ਬੈਠੇ ਰਹੇ। ਪੰਡਤ ਹਰਦਿਆਲ ਜੀ ਨੇ ਪਿਛਲੀ ਸਾਰੀ ਬੰਸਾਵਲੀ ਸੁਣਾਈ, ਗੁਰੂ ਸਾਹਿਬ ਦੇ ਦਾਦੇ ਪੜਦਾਦਿਆਂ ਤੋਂ ਲੈ ਕੇ।
सतगुਰਾਂ ਦੇ ਦਾਦਾ ਸ਼ਿਵਰਾਮ ਤੋਂ ਪਹਿਲਾਂ ਰਾਮਾਇਣ ਜੀ ਨਾਰਾਇਣ ਜੀ ਜਿੰਨੇ ਹੋਏ ਨੇ ਸਭ ਦਾ ਸੁਣਾਇਆ ਵੀ ਪੁੱਤਰ ਇਹ ਪ੍ਰਥਾ ਤੇਰੇ ਪਰਿਵਾਰ ਦੀ ਜੱਦੀ ਪੁਸ਼ਤੀ ਅੱਜ ਦੀ ਨਹੀਂ ਸਤਿਯੁਗ ਦੁਆਪਰ ਦੀ ਚੱਲੀ ਆਉਂਦੀ ਹੈ। ਤੁਹਾਡੀ ਕੁਲ ਦੇ ਵਿੱਚ ਜੱਗੋ ਪਵੀਤ ਪਾਇਆ ਜਾਂਦਾ ਹੈ। ਜੱਗੋ ਪਵੀਤ ਕਿਹਨੂੰ ਕਹਿੰਦੇ? ਜੱਗ ਕਰਕੇ ਪਵਿੱਤਰ ਵਸਤੂ ਜਿਹੜੀ ਪਾਈ ਹੈ ਉਹਨੂੰ ਕਹਿੰਦੇ ਤਿਲਕ ਜੰਜੂ। ਦੋ ਚੀਜ਼ਾਂ ਨੇ, ਤਿਲਕ ਮੱਥੇ ਤੇ ਜੰਜੂ ਗਾਤਰੇ ਵਾਂਗੂ ਪੈਂਦਾ। ਕਹਿੰਦੇ ਪੁੱਤਰ ਜੀ ਅੱਜ ਉਹ ਭਾਗਾਂ ਭਰਿਆ ਦਿਨ ਕਲਿਆਣ ਚੰਦ ਜੀ ਦੇ ਵਿੜੇ ਆਏ ਹੈ। ਅੱਜ ਤੁਹਾਨੂੰ ਧਰਮੀ ਬਣਾਇਆ ਜਾਏਗਾ। ਸ਼ਤਰਨ ਰੀਤ ਜੋ ਹੁਤੀ ਪ੍ਰਾਤਨ ਸੋ ਕੀਨੀ ਦਿਜਵਰ ਸਭ ਭਾਤਨ। ਕਹਿੰਦੇ ਜੀ ਉਸ ਵੇਲੇ ਪੰਡਤ ਜੀ ਨੇ ਸਾਰਾ ਕੁਝ ਦੱਸਿਆ। ਇਹ ਛਤਰੀਆਂ ਦੀ ਰੀਤ ਹੈ। ਛਤਰੀ ਮਤਲਬ ਖੱਤਰੀ ਲੋਕ ਵੀ ਪ੍ਰਾਤਨ ਹੈ, ਨਵੀਂ ਥਿਊਰੀ ਨਹੀਂ ਹੈ ਇਹ ਵੀ ਮੈਂ ਤੁਹਾਡੇ ਆ ਕੇ ਜਨੇਊ ਪਾਉਣ ਲੱਗਾ। ਇਹ ਤੇ ਪਹਿਲਾਂ ਤੋਂ ਚੱਲਿਆ ਹੈ। ਪੰਡਤ ਜੀ ਨੂੰ ਪਤਾ ਸੀ ਵੀ ਪਹਿਲੇ ਹੀ ਸਾਰਾ ਕੁਝ ਦੱਸ ਦੋ, ਕਿਤੇ ਬੋਲ ਹੀ ਨਾ ਪੈਣ ਕੁਝ ਵੀ ਸੁਣਾ ਦੋ ਆਪਣਾ ਸਾਰਾ ਕੁਝ। ਸੁਣਾਇਆ ਵੀ ਉਹਨਾਂ ਨੇ। ਗੁਰੂ ਸਾਹਿਬ ਏਦਾਂ ਬਹਿ ਕੇ ਹੱਥ ਜੋੜ ਕੇ ਸੁਣ ਰਹੇ ਨੇ ਜਿੱਦਾਂ ਬਹੁਤ ਗਹਿਰੇ ਸਰੋਤੇ ਹੋਣ। ਕੋਈ ਸਵਾਲ ਪਾਤਸ਼ਾਹ ਨੇ ਕੀਤਾ ਨਾ। ਕੁਲ ਆਚਾਰ ਸਿਖਾਵਣ ਲੱਗਾ ਪੁਨ ਪਾਵਨ ਜੰਜੂ ਅਨਰਾਗਾ। ਕਹਿੰਦੇ ਸਾਰੀ ਕੁਲ ਦੇ ਨਾਮ ਗਿਣੇ ਕਿਉਂਕਿ ਜੱਦੀ ਪੁਸ਼ਤੀ ਪੰਡਤ ਨੇ ਬੋਲਦੇ। ਨਾਮ ਗਿਣਨ ਤੋਂ ਬਾਅਦ ਨਾਨਕ ਜੀ ਨੂੰ ਕੋਲੇ ਇੱਕ ਨਾ ਫੱਟੀ ਤੇ ਬਿਠਾਇਆ ਚੌਕੀ ਤੇ। ਕਹਿੰਦੇ ਪੁੱਤਰ ਮਿਲੇ ਅੱਜ। ਪਿਤਾ ਜੀ ਦੇ ਚਿਹਰੇ ਦੇ ਉੱਤੇ ਰੰਗਤ ਚਾਹ। ਅੱਜ ਮੇਰਾ ਪੁੱਤ ਜਨੇਊ ਪਾਊਗਾ, ਧਰਮੀ ਹੋ ਜਾਊਗਾ, ਧਰਮੀ ਬਣ ਜਾਏਗਾ। ਹੁੰਦੀ ਹੈ ਚਾਹ ਵੀ। ਇਹ ਤੋਂ ਵੱਡੀ ਖੁਸ਼ੀ ਮਾਪਿਆਂ ਲਈ ਕੀ ਹੁੰਦੀ ਹੈ? ਕਹਿੰਦੇ ਮਾਤਾ ਦੇ ਨੇਤਰਾਂ ਚ ਅਥਰੂ। ਸਾਰਾ ਗਰਾਊਂਡ ਭਰਿਆ, ਲੋਕਾਂ ਦੀ ਭੀੜ, ਸਾਰਾ ਪਿੰਡ ਇਕੱਠਾ ਹੋਇਆ ਦੇਖਣ ਵਾਸਤੇ। ਰਸਮ ਹੈ ਨਿਭਾਈ ਜਾਂਦੀ ਹੈ ਕਿਉਂਕਿ ਵੱਡਾ ਪਰਿਵਾਰ ਹੈ। ਜਿਵੇਂ ਵੱਡੇ ਲੋਕਾਂ ਦੇ ਵਿਆਹ ਹੁੰਦੇ, ਫੰਕਸ਼ਨ ਹੁੰਦੇ ਆ, ਬੱਚਿਆਂ ਦੇ ਬਰਥਡੇ ਮਨਾਏ ਜਾਂਦੇ ਆ, ਕਿੰਨਾ ਦੁਨੀਆ ਖਾਨਾ ਇਕੱਠਾ ਹੋਇਆ, ਭੀੜ ਬਹੁਤ ਵੱਡੀ ਸੀ। ਪਿਤਾ ਜੀ ਖੜੇ ਹੋਏ, ਗੁਰੂ ਨਾਨਕ ਸਾਹਿਬ ਜੀ ਨੂੰ ਪੰਡਤ ਜੀ ਦੇ ਨੇੜੇ ਬਿਠਾਇਆ। ਚੌਂਕੀ ਤੇ ਸਰੇ ਹਨ ਜਗਤ ਵਿਮੋਚਨ ਲੋਚਨ ਦਾਰੂ ਚਿਤਵਨ ਕੀਨੀ ਮੋਖ ਦਵਾਰੂ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਜਨੇਊ ਕਰਕੇ ਨਾ ਫੂਕ ਜੀ ਮਾਰਦਾ ਹੈ, ਮੰਤਰ ਪੜ੍ਹ ਲੈਂਦਾ ਹੈ, ਗੱਠ ਮਾਰ ਦਿੰਦਾ ਹੈ। ਮਰਦ ਕਦੇ ਪੰਡਤ ਹਰਦਿਆਲ ਦੀਆਂ ਅੱਖਾਂ ਵੱਲ ਵੇਖਦੇ, ਕਦੇ ਉਹਦੇ ਮੁਖ ਵੱਲ ਵੇਖਦੇ, ਕਦੇ ਉਹ ਧਾਗੇ ਵੱਲ ਵੇਖਦੇ। ਕਰਦਾ ਕੀ ਹੈ? ਆਹ ਸਸਤਾ ਜਿਹਾ ਧਾਗਾ ਪਾਉਣ ਵਾਸਤੇ ਬਾਪੂ ਮੇਰੇ ਨੇ ਲੱਖਾਂ ਰੁਪਇਆ ਖਰਚਦਾ। ਸਤਨਾਮ ਸੋਚਦੇ ਲੌਜੀਕਲੀ ਗੱਲ ਹੈ। ਕਿਸੇ ਧਰਮ ਤੇ ਕੋਈ ਅਟੈਕ ਨਹੀਂ। ਗੁਰਬਾਣੀ ਵਿੱਚ ਦਰਜ ਹੈ। ਮੈਂ ਕੋਈ ਸੁਣਾ ਰਿਹਾ ਫਿਰ ਘੱਟ ਕਰਕੇ ਸੁਣਾਉਣਾ ਵੀ ਕਿਸੇ ਦੇ ਦਿਲ ਨੂੰ ਠੇਸ ਨਾ ਵੱਜ ਜੇ। ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਆਸਾ ਜੀ ਕੀ ਵਾਰ ਪੜੋ, ਸਾਰਾ ਕੁਝ ਖੁੱਲਿਆ ਵੀ ਦੱਸ ਦੇਣਗੇ। ਪੰਡਤ ਜੀ ਗੰਢ ਮਾਰਦੇ ਆ, ਮੰਤਰ ਪੜ੍ਹ ਲੈਂਦੇ ਆ, ਹੱਥ 'ਚ ਫੜ ਲੈਂਦੇ ਨੇ, ਫੇਰ ਉੱਪਰ ਦੀ ਘੁਮਾ ਲੈਂਦੇ ਆ ਕੁੱਤੇ ਦੀ, ਫੇਰ ਕਈ ਵੇਦਾਂ ਦਾ ਜਾਪ ਕਰਦੇ ਆ। ਨਾਨਕ ਜੀ ਨੂੰ ਪਿਆਰ ਦੇ ਬਦਲੇ ਆਖਦੇ ਨੇ ਬੂਜਤ ਭੇਦ ਵਿਜ ਮੋਹਿ ਸੁਨਾਮੋ ਕਿਸ ਕਾਰਨ ਤੇ ਜੰਜੂ ਪਾਵੋ। ਕਹਿੰਦੇ ਜਦੋਂ ਦਾ ਪੰਡਤ ਜੀ ਨੇੜੇ ਆ ਕੇ ਪਾਉਣ ਲੱਗੇ ਗਲ 'ਚ, ਸਤਿਗੁਰਾਂ ਹੱਥ ਖੜਾ ਕੀਤਾ। ਕਹਿੰਦੇ ਪੰਡਤ ਜੀ ਮੈਂ ਪਵਾਉਣ ਵਾਸਤੇ ਆਇਆ ਜੀ, ਸਦਕੇ ਪਾਇਓ। ਇੱਕ ਸਵਾਲ ਹੈ, ਕੁਝ ਪੁੱਛਣਾ ਚਾਹੁੰਦਾ। ਪੰਡਤ ਬੜੇ ਵਿਦਵਾਨ ਨੇ, ਬੜੇ ਸਿਆਣੇ ਨੇ, ਕਿਉਂਕਿ ਗੁਰੂ ਸਾਹਿਬ ਨੇ ਬੜੇ ਮਿੱਠੇ ਬੋਲ ਬੋਲੇ। ਐਵੇਂ ਨਹੀਂ ਬਰਾਬਰ ਨਾ ਹੋਏ ਕੋਈ ਬੋਲਦਾ ਪਾਗੇ ਗੁਲਾਬ ਲਾ ਕੇ ਹੱਥ ਜੋੜ ਕੇ। ਕਹਿੰਦੇ ਪੰਡਤ ਜੀ ਮੈਨੂੰ ਜਰਾ ਦੱਸੋ ਤੇ ਸਹੀ, ਤੁਸੀਂ ਪਾ ਕੀ ਰਹੇ ਹੋਗੇ? ਮੈਨੂੰ ਨੌਲੇਜ ਤੇ ਹੋਣੀ ਚਾਹੀਦੀ ਹੈ ਨਾ, ਪਤਾ ਹੋਣਾ ਚਾਹੀਦਾ ਇਸ ਗੱਲ ਦਾ। ਕਹਿੰਦੇ ਪੰਡਤ ਜੀ ਨੇ ਹੱਥ ਪਿੱਛੇ ਕੀਤੇ। ਗੁਰੂ ਸਾਹਿਬ ਕਹਿੰਦੇ ਮੈਨੂੰ ਇਹਦੇ ਬਾਰੇ ਥੋੜਾ ਜਿਹਾ ਗਿਆਨ ਦੇ ਦਿਓ, ਸਮਝ ਹੋਵੇ, ਮੈਨੂੰ ਪਤਾ ਹੋਵੇ। ਕੌਣ ਅਧਿਕਤਾ ਜਾਂ ਕੀ ਪਾਈ ਕਿਸ ਪਦਵੀ ਇਹ ਦੇਤ ਪੁਚਾਈ। ਪਹਿਲਾ ਸਵਾਲ ਸਤਿਗੁਰਾਂ ਦਾ, ਪੰਡਤ ਜੀ ਇਹ ਹੈ ਕੀ ਹੈ? ਪਹਿਲਾ ਸਵਾਲ। ਦੂਜਾ ਕਹਿੰਦੇ ਚਲ ਜੋ ਵੀ ਹੈ, ਜਦ ਤੁਸੀਂ ਮੇਰੇ ਨੂੰ ਪਾ ਦੋਗੇ ਮੇਰਾ ਅਹੁਦਾ ਕੀ ਹੋਊਗਾ? ਮੈਂ ਵੱਡਾ ਹੋ ਜਾਊਗਾ, ਕੁਝ ਖਾਸ ਆਊਗਾ ਮੇਰੇ ਚ, ਵੱਖਰਾ ਹੋ ਜਾਊਗਾ, ਅਦਨਾਮਾ ਵਡਿਆਈ ਦਾ ਵੱਟ ਬਣੇਗਾ। ਕਹਿੰਦੇ ਜੇ ਮੈਂ ਨਹੀਂ ਪਾਊਂਗਾ ਤੇ ਮੈਨੂੰ ਇਹਦਾ ਨੁਕਸਾਨ ਕੀ ਆ? ਸਤਿਨਾਮ ਵੱਡੇ ਗਹਿਰੇ ਲਫ਼ਜ਼ ਨੇ।
सच दे लगते भी जे मैं पा लिया फिर की होगा, जे मैं ना पाया फिर तां की होगा। पंडित हरदयाल जी ने नेत्र नीवे कर लियो, हज़ारां लोग बैठे, अज तक किसी ने सवाल ही नहीं किया। कुल चली आउंदी ने पहला तो सुनाया भी तुहाडे बापू जी ने पाया, दादा जी ने पाया, परदादा जी ने, लंगड़ दादे सब ने पाया, पर किसी को नहीं सी पता भी आह काम हो जाऊगा। सतगुर कहते पंडित जी मैं बड़े अदब नाल बेनती करदा, किरपा करके मैनूं दसो, मैनूं जानकारी ते चाहिदी है ना, जो मैं चीज़ अपने तन ते सारी जिंदगी रखनी, कोई मैनूं उहदे बारे पुछे ते मैं की दस सकदा। ਇਹ ਹੈ ਕੀ ਹੈ, ਇਹਦੇ ਪਾਉਣ ਦੇ ਨਾਲ ਮੇਰਾ ਕੀ ਸਬਰ ਜਾਏਗਾ। ਬਹਿਰੇ ਬਿਨਾ ਨੂਨ ਤਾਜੋ ਦਿਜਵਰ ਮੋਹੇ ਸਮਝਾਏ ਸੋ। ਪੰਡਤ ਜੀ ਜੇ ਨਾ ਤੁਸੀਂ ਮੈਨੂੰ ਸਾਰੀਆਂ ਗੱਲਾਂ ਦੇ ਜਵਾਬ ਦੇਤੇ, ਮੈਂ ਤੇ ਹੱਥ ਜੋੜ ਜੋੜ ਕੇ ਬੰਦਨਾ ਕਰ ਕਰਕੇ ਪੁਆਣਾ, ਪਰ ਇਹ ਦੱਸੋ ਵੀ ਜੇ ਮੈਂ ਨਾ ਪਾਵਾਂ ਨੂਨ ਤਾਂ ਨਾ ਮੈਂ ਕਮੀ ਦਾ, ਫਿਰ ਕੀ ਘਟ ਜੂਗਾ, ਮੇਰਾ ਕੋਈ ਉਮਰ ਘਟ ਸਕਦੀ ਹੈ, कोई नुकसान हो सकता है, या कोई सेहत बिगड़ सकती है, उससे पता होगा ना। ਜਿਹੜੀ चीज़ पाई जा रही है, मान लो कोई किसी ਨੂੰ ਹਥੌੜਾ ਪਾਉਂਦਾ, ਕੋਈ ਤੇ ਮਤਲਬ ਹੋਣਾ ਵੀ ਇਹਦੇ ਨਾਲ ਇਹ ਚੀਜ਼ ਠੀਕ ਹੋ ਜਾਂਦੀ ਹੈ। ਕਿਹਨੇ ਚਲਾਇਆ, ਕਿੱਥੋਂ ਚੱਲਿਆ, ਤੁਸੀਂ ਦੁਨੀਆ ਤੇ ਕੁਝ ਵੀ ਕਰਦੇ ਹੋ, ਤੁਹਾਨੂੰ ਹਰ ਚੀਜ਼ ਦਾ ਰਾਈਟ ਹੈ, ਕਿਸੇ ਵੀ ਚੀਜ਼ ਦਾ। ਤੁਹਾਡੇ ਘਰ ਕੋਈ ਕੋਰਟ ਦੇ ਸਾਹਮਣੇ ਆਉਂਦੇ ਆ, ਪੁਲਿਸ ਆਉਂਦੀ ਗ੍ਰਿਫਤਾਰ ਕਰਨ ਵਾਸਤੇ, ਤੁਸੀਂ ਪੁੱਛ ਸਕਦੇ ਹੋ, ਤੁਹਾਡੇ ਕੋਲ ਹੱਕ ਹੈ, ਕਿਉਂ ਆਏ, ਕਿਹਨੇ ਭੇਜਿਆ, ਸਵਾਲ ਜਵਾਬ ਕਰਨ ਦਾ ਹੱਕ ਹੈ। ਅੱਜ ਵੀ ਹੈ, ਧਰਮ ਦੀ ਦੁਨੀਆ ਦੇ ਵਿੱਚ ਵੀ ਹੈ। ਇਹ ਥੋੜਾ ਹੈ ਵੀ ਅੰਦਰ ਕੋਈ ਖਿਆਲ ਆਉਂਦਾ, ਬਸ ਦਬੇ ਘੁੱਟੇ ਮੈਂ ਨਹੀਂ ਪੁੱਛਣਾ ਜੀ, ਮੈਂ ਨਹੀਂ ਬੋਲਣਾ ਜੀ, ਕਿਉਂਕਿ ਸਾਡੀ ਰੀਤ ਚੱਲੀ ਆਉਂਦੀ। ਗੁਰੂ ਸਾਹਿਬ ਨੇ ਤੇ ਦੁਨੀਆ ਦੀਆਂ ਰੀਤਾਂ ਨੂੰ ਸੱਟ ਮਾਰੀ ਹੈ, ਕਾਹਦੇ ਲਈ, ਤਾਂ ਜੋ ਸੱਚ ਦਾ ਪਤਾ ਲੱਗੇ ਕੀ ਹੈ। ਪੰਡਤ ਹਰਦਿਆਲ ਕਹਿੰਦੇ ਬੇਟਾ ਛੱਡੋ ਸਾਰੀਆਂ ਗੱਲਾਂ ਨੂੰ, ਤੁਸੀਂ ਪਹਿਲਾਂ ਪਾ ਲਓ। ਵਿਦਵਾਨ ਸੀ, ਸਿਆਣਾ ਸੀ, ਉਹਨੂੰ ਪਤਾ ਸੀ ਵੀ ਜੇ ਮੈਂ ਸਵਾਲ ਜਵਾਬ ਕਰਾਂਗਾ ਕੰਮ ਵੱਧ ਜਾਊਗਾ, ਫਿਰ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਬਣੀਆਂ ਉਹ ਵੀ ਠੰਡੀਆਂ ਹੋ ਜਾਣੀਆਂ ਤੇ ਲੱਕੜਾਂ ਲੁਕੜਾਂ ਵੀ ਸੜ ਜਾਣੀਆਂ ਨੇ। ਆਪਣਾ ਤੇ ਐਗਰੀਮੈਂਟ 2 ਘੰਟੇ ਦਾ ਹੀ ਹੈ, ਇਹਨੇ ਸਾਰਾ ਦਿਨ ਬਿਠਾਈ ਰੱਖਣਾ ਫਿਰ ਸਾਡੇ ਨਾਲ। ਕਿਤੇ ਨਾ ਕਿਤੇ ਪੰਡਤ ਜੀ ਨੂੰ ਪਤਾ ਹੁੰਦਾ ਕਿ ਹੁਣ ਆਨੰਦ ਕਾਰਜ ਦਾ ਟਾਈਮ ਹੈ, ਅੱਧਾ ਘੰਟਾ ਹੀ ਹੈ, ਤੇ ਜੇ ਕੋਈ ਆਵੇ ਨਾ ਵੀ 1-2 ਵਜੇ ਤੱਕ, ਮਰਿਆਦਾ ਤੇ 12 ਵਜੇ ਤੱਕ ਦੀ ਹੈ, ਤੇ ਫਿਰ ਉਹ ਪਾਠੀ ਗ੍ਰੰਥੀ ਵੀ ਤੇ ਅਸੀਸਾਂ ਹੀ ਦੇਣਗੇ, ਭਾਈ ਸ਼ਾਬਾਸ਼ ਤੇਰਾ, ਜਿਹੋ ਜਿਹਾ ਤੂੰ ਹੁਣ ਆਇਆ ਹੋ ਜਾ ਫੇਰ ਨਿਭਾਏਗਾ ਫਿਰ ਸਾਡਾ ਨਾਮ। ਤੁਹਾਡੇ ਪਿੱਛੇ ਵਿਚਾਰਾ ਕੋਈ ਤਿਆਰ ਹੋਇਆ ਸਵੇਰ ਦਾ ਬੈਠਾ, ਉਹਨਾਂ ਬੰਦਿਆਂ ਦੀ ਕੋਈ ਕੀਮਤ ਨਹੀਂ, ਕੋਈ ਕਦਰ ਨਹੀਂ ਉਹਨਾਂ ਦੀ। ਜੋ ਇਨਸਾਨ ਧਰਮ ਦੀ ਕਦਰ ਨਹੀਂ ਕਰਦਾ, ਵਕਤ ਦੀ ਕਦਰ ਨਹੀਂ ਕਰਦਾ, ਸੱਚ ਜਾਣਿਓ ਇੱਕ ਦਿਨ ਸਮਾਂ ਐਸਾ ਆਉਂਦਾ, ਸਮਾਂ ਉਹਦੀ ਕਦਰ ਨਹੀਂ ਕਰਦਾ, ਤੁਰਿਆ ਫਿਰਦਾ ਕੋਲ ਚਾਹੀਦਾ। ਇਸ ਲਈ ਗੁਰਸਿੱਖਾਂ ਦੀ, ਰੱਬ ਦੇ ਪਿਆਰਿਆਂ ਦੀ, ਧਰਮੀਆਂ ਦੀ ਇੱਜ਼ਤ ਕਰਨੀ ਸਿੱਖੋ। ਕੋਈ ਨਹੀਂ ਅਵਗਣ ਨਾ ਦੇਖਿਆ, ਸਾਡੇ ਤੇ ਥੋੜੇ ਅਵਗਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੰਡਤ ਹਰਦਿਆਲ ਵਿੱਚ ਕੋਈ ਅਵਗਣ ਨਹੀਂ ਵੇਖਿਆ, ਸਿਰਫ ਉਹਨੂੰ ਪਿਆਰ ਦੀਆਂ ਬੇਨਤੀਆਂ ਕੀਤੀਆਂ ਵੀ ਮੈਨੂੰ ਸੈਟੀਸਫਾਈਡ ਕਰ ਦਿਓ, ਸੰਤੁਸ਼ਟ ਕਰ ਦਿਓ, ਮੈਂ ਤੇ ਮੰਗ ਕੇ ਪਾਵਾਂਗਾ ਜੀ, ਇੱਕ ਛੱਡੋ ਭਾਵੇਂ 4 ਪਾ ਦਿਓ। ਹੁਣ ਹਰਦਿਆਲ ਚੌਂਪ ਚਿਤ ਚਮਕੇ, ਇੱਛਾ ਕਰਤ ਮੋਹ ਭਰਮ ਕੰਮ ਕੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਾਂ ਨੂੰ ਸੁਣ ਕੇ ਪੰਡਤ ਹਰਦਿਆਲ ਇੱਕ ਵਾਰ ਤੇ ਚੌਂਕ ਗਏ, ਅਚਰਜ ਹੋ ਗਏ। ਫਿਰ ਉਹਨਾਂ ਸੋਚਿਆ ਵੀ ਗੱਲ ਵੀ ਸਹੀ ਆ ਬੱਚੇ ਦੀ, 4 ਗੱਲਾਂ ਨੇ ਮੈਂ ਦੱਸ ਦੇਣੀਆਂ ਨੇ, ਸੰਤੁਸ਼ਟ ਹੋ ਜਾਣਾ। ਜਵਾਕਾਂ ਦੀ ਕਿੰਨੀ ਕਦਰ ਹੁੰਦੀ ਹੈ, ਕਿੰਨੀ ਸਮਝ ਹੁੰਦੀ ਹੈ। ਕੋਈ ਬੱਚਾ ਕਿਸੇ ਗੱਲ ਦੀ ਜਿੱਦ ਕਰਦਾ ਹੈ ਵੀ ਮੈਨੂੰ ਇਹ ਚਾਹੀਦਾ ਹੈ, 2 ਤਰੀਕਿਆਂ ਨਾਲ ਗੱਲ ਸਮਝਾ ਦਿੱਤੀ ਜਾਂਦੀ, ਜਾਂ ਚੀਜ਼ ਲੈ ਦੇਾਂਗੇ ਜਾਂ ਪੁੱਤ ਇਹਦੇ ਨਾਲ ਨੁਕਸਾਨ ਹੋਣਾ, ਏਦਾਂ ਨਹੀਂ ਹੋਣਾ, ਸਮਝ ਆਉਂਦਾ। ਪੰਡਤ ਹਰਦਿਆਲ ਜੀ ਨੂੰ ਲੱਗਿਆ ਵੀ ਇੰਨੇ ਲੋਕਾਂ ਦੇ ਵਿੱਚ ਕਲਿਆਣ ਚੰਦ ਦੇ ਪੁੱਤ ਦੀ ਬੁੱਧੀ ਬੜੀ ਤੀਖਣ ਹੈ, 32 ਗੁਣੇ ਦੇ ਵਿੱਚ ਨੇ, ਕੋਈ ਸਾਧੂ ਮਹਾਤਮ ਹੈ, ਪਰ ਇਹਨੇ ਜਿਹੜਾ ਸਵਾਲ ਪੁੱਛਿਆ ਮੈਂ ਇਹਨੂੰ ਜਵਾਬ ਦੇ ਦਿਆਂ ਵੀ ਫਾਇਦੇ ਕੀ ਨੇ, ਬੈਨੀਫਿਟ ਤੇ ਦੱਸਣੇ ਪੈਣੇ ਆ। ਹੁਣ ਅੱਜ ਜੇ ਆਪਾਂ ਗੁਰਦੁਆਰੇ ਆਉਂਦੇ ਆ, ਬਾਣੀ ਪੜ੍ਹਦੇ ਆ, ਸਿੱਧੀ ਜੀ ਗੱਲ ਆ, ਬੰਦਾ ਪੁੱਛਦਾ ਯਾਰ ਮੈਂ ਸਿੱਖ ਤੇ ਬਣ ਜੂਗਾ, ਮੈਨੂੰ ਬਣਨ ਦਾ ਫਾਇਦਾ ਕੀ ਹੈ, ਕੋਈ ਤੇ ਫਾਇਦਾ ਨਹੀਂ। ਲੈ ਕੋਈ ਮੇਰੇ ਵਰਗੇ ਨੂੰ ਪੁੱਛ ਲੈ, ਬਾਹਰ ਜਵਾਬ ਨਹੀਂ ਹੋਣਾ ਵੀ ਜੇ ਮੈਂ ਨਹੀਂ ਸਿੱਖ ਬਣਦਾ ਮੇਰਾ ਕੀ ਹੋਊਗਾ, ਜੇ ਮੈਂ ਬਣ ਗਿਆ ਦੱਸੋ ਫਿਰ ਕੀ ਹੋਊਗਾ, ਹੈ ਜਵਾਬ ਤੁਹਾਡੇ। ਜਿੱਦਣ ਗੁਰੂ ਦੀ ਬਾਣੀ ਨਾਲ ਜੁੜ ਜਾਓਗੇ ਨਾ, ਫਿਰ ਉਦੋਂ ਇਹੋ ਜਿਹੇ ਜਵਾਬ ਦਓਗੇ, ਅਗਲਾ ਸਵਾਲ ਕਰਨ ਵਾਲਾ ਹੋਏਗਾ ਮੈਂ ਗੁਨਾਹ ਕਿਉਂ ਕਰ ਲਿਆ, ਇੱਥੋਂ ਗਲਤੀ ਕਿਉਂ ਹੋ ਗਈ, ਹਰ ਚੀਜ਼ ਦਾ ਫਾਇਦਾ ਹੋਈ। ਗੁਰੂ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ, ਬਾਲਕ ਨਾਨਕ ਜੀਓ, ਇਸ ਜਗੂ ਪਵੀਤ ਨੂੰ ਪਵਾਉਣ ਦੇ ਬਹੁਤ ਲਾਭ ਨੇ, ਬੜੇ ਫਾਇਦੇ ਹੁੰਦੇ ਨੇ। ਪੂਰਬ ਆਸ ਸੁਣਨ ਪਦੇਸ਼ੋ, ਬਣੀ ਸੋ ਬਿਦ
ਅਬ ਮਿਟੇ ਕਲੇਸ਼ੋ। ਪਰ ਅੰਦਰੋਂ ਅੰਦਰ ਪੰਡਤ ਜੀ ਬੜੇ ਖੁਸ਼ ਨੇ। ਕਿਉਂ? ਕਹਿੰਦੇ ਮਹਾਰਾਜ ਜੀ ਤੂੰ ਅੱਖ ਭਰ ਕੇ, ਨੇਤਰ ਭਰ ਕੇ ਪੰਡਤ ਹਰਦਿਆਲ ਦੀਆਂ ਅੱਖਾਂ ਚੱਖਾਂ ਪਾਈਆਂ ਨਾ, ਉਹਦੇ ਅੰਦਰ ਇੱਕ ਭਾਵਨਾ ਜਾਗ ਪਈ। ਕਹਿੰਦਾ ਭਾਗਾਂ ਵਾਲਾ ਦਿਨ ਚੜਿਆ, ਜਿਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ, ਅੱਜ ਨਾਨਕ ਜੀ ਮੈਨੂੰ ਉਪਦੇਸ਼ ਦੇਣਗੇ। ਆਖੋ ਸਤਿਨਾਮ ਵਾਹ ਜੀ। ਆਹ ਹੁੰਦੀ ਕਿਸਮਤ। ਜਿਹਨੇ ਰੱਬ ਨੂੰ ਪਛਾਣਨਾ ਉਹਨੇ ਦੋ ਪਲਾਂ 'ਚ ਹੀ ਪਛਾਣ ਲਿਆ, ਜਿਹਨੇ ਨਹੀਂ ਪਛਾਣਨਾ ਸਾਰੀ ਜ਼ਿੰਦਗੀ ਰੱਬ ਰੱਬ ਕਰੇ, ਪਤਾ ਹੀ ਨਹੀਂ ਲੱਗਦਾ ਕੀ ਹੈ। ਗੁਰੂ ਸਾਹਿਬ ਦੇ ਸਨਮੁਖ ਨੇ ਅੰਦਰੋਂ ਬੇਨਤੀ ਕਰਤੀ, ਮਹਾਰਾਜ ਲਾਜ ਵੀ ਰੱਖ ਲਿਓ, ਕਿਰਪਾ ਵੀ ਕਰਿਓ, ਕਿਉਂਕਿ ਤੁਸੀਂ ਮਹਾਨ ਹੋ। ਜਿਹੜੇ ਸਵਾਲ ਕੀਤੇ ਨਾ ਗੁਰੂ ਸਾਹਿਬ ਨੇ, ਸਾਰੀ ਜ਼ਿੰਦਗੀ ਵਿੱਚ ਪੰਡਤ ਹਰਦਿਆਲ ਨੂੰ ਕਿਸੇ ਨੇ ਸਵਾਲ ਕੀਤੇ ਨਹੀਂ। ਜਾਨਤ ਜੋਨ ਮਹਾਤਮ ਗੁਰ ਕੋ, ਬੋਲਿਓ ਤਦਪ ਹਰਨ ਤਮ ਔਰ ਕੋ। ਕਹਿੰਦੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਪੰਡਤ ਜਾਣਦੇ ਗਿਆ ਸੀ ਵੀ ਗਿਆਨਵਾਨ ਬੜੇ ਆ, ਪਰ ਇੰਨੇ ਲੋਕਾਂ ਵਿੱਚ ਗੁਰੂ ਸਾਹਿਬ ਨੇ ਸਵਾਲ ਕੀਤੇ, ਜਵਾਬ ਦੇਣੇ ਫਰਜ਼ ਹੈ। ਧਰਮੀ ਲੋਕ ਨੇ ਕੱਲ ਨੂੰ ਪਿਤਾ ਜੀ ਗਰਮ ਹੋ ਜਾਣਗੇ, ਉਹ ਤੂੰ ਤੇ ਨਾਨਕ ਨਾਲ ਹੀ ਹੋ ਗਿਆ, ਤੇਰੇ ਮੂੰਹ ਚੋਂ ਇੱਕ ਬੋਲ ਨਹੀਂ ਫੁੱਟਿਆ। ਜੇ ਪੁੱਤ ਮੇਰੇ ਨੇ ਤੈਨੂੰ ਆਖਿਆ ਲਾਭ ਦੱਸ, ਹਾਨੀ ਦੱਸ, ਤੂੰ ਨਹੀਂ ਬੋਲਿਆ ਵੀ, ਤੂੰ ਕਹਿੰਦਾ ਨਾਨਕ ਜੀ ਸਭ ਕੁਝ ਠੀਕ ਹੈ, ਹੋਣਾ ਹੀ ਨਹੀਂ ਚਾਹੀਦਾ। ਕਿਤੇ ਨਾ ਕਿਤੇ ਇਹ ਵੀ ਸੋਚਦੇ ਆ ਨਾ ਵੀ ਜਿਨ੍ਹਾਂ ਦੇ ਫੰਕਸ਼ਨ ਤੇ ਬੁਲਾਇਆ, ਜਿਨ੍ਹਾਂ ਭੇਟਾ ਦੇਣੀ ਹੈ, ਉਹ ਵੀ ਨਾਰਾਜ਼ ਨਾ ਹੋਵਣ। ਆਖੋ ਸਤਿਨਾਮ। ਉਹਨਾਂ ਦੀ ਵੀ ਰੱਖੀਏ, ਇਹਨਾਂ ਦੀ ਵੀ ਰੱਖੀਏ। ਪਰ ਪੰਡਤ ਜੀ ਵਿੱਚ ਵਿਚਾਲੇ ਕਹਿੰਦੇ ਨਾ ਕਸੂਤਾ ਫਸ ਗਿਆ। ਕਸੂਤਾ ਸ਼ਬਦ ਵਰਤੇ ਆ। ਉਹ ਇਹੋ ਜਿਹੇ ਤਰੀਕੇ ਨਾਲ ਫਸੇ ਹੋਏ ਆ ਵੀ ਜਵਾਬ ਜੇ ਮੈਂ ਦੇ ਵੀ ਦਿੱਤੇ ਤੇ ਮੇਰੇ ਜਵਾਬਾਂ ਨਾਲ ਇੰਨਾ ਅੰਦਰੋਂ ਸੰਤੁਸ਼ਟ ਨਹੀਂ ਹੋਣਾ। ਜਾਣਦੇ ਆ ਕਿਉਂਕਿ ਪੰਡਤ ਜੀ ਆਮ ਨਹੀਂ ਨੇ, ਰੱਬ ਨਾਲ ਜੁੜੇ ਹੋਏ ਨੇ। ਜੇ ਜੇ ਛਤਰੀ ਕੋ ਧਰਮ ਜੋ ਧਰੀ, ਜਗੋ ਪਵਿੱਤ ਸੋ ਪਾਵਨ ਕਰੀ। ਉਹਨੇ ਪਹਿਲਾ ਜਵਾਬ ਦਿੱਤਾ। ਸਤਿਗੁਰਾਂ ਨੇ ਪੁੱਛਿਆ ਸੀ ਨਾ ਵੀ ਕਿਉਂ ਪਾਉਣਾ ਚਾਹੀਦਾ, ਕਹਿੰਦਾ ਮਹਾਰਾਜ ਵੀ ਜਿੱਥੋਂ ਤੱਕ ਮੈਂ ਪੜ੍ਹਿਆ ਵੇਦਾਂ ਕਿਤਾਬਾਂ 'ਚ ਉਹਨਾਂ ਲਿਖਿਆ ਵੀ ਇਹ ਰੀਤ ਬ੍ਰਹਮਾ ਜੀ ਤੋਂ ਚੱਲੀ ਆਈ। ਪਾਉਂਦੇ ਹੁੰਦੇ ਹੁਣ ਗੱਲ ਹੀ ਮਿਲਦੀ ਹੋਈ, ਐਵੇਂ ਕਹੋਗੇ ਤੇਰੇ ਦਾਦੇ ਨੇ ਪਾਇਆ, ਪੜਦਾਦੇ ਨੇ ਪਾਇਆ, ਫਲਾਣੇ ਦੇ ਭਤੀਜੇ ਨੇ ਪਾਇਆ, ਲੱਗੂ ਫਿਰ ਉਹ ਤੇ ਅਗਲੇ ਨੇ ਗੀਤ ਕੀ ਨਹੀਂ ਪਤਾ ਸੀ। ਗੱਲ ਨਿਬੇੜੀ ਵੀ ਬ੍ਰਾਹਮਣਾਂ ਨੂੰ ਕਿੱਥੋਂ ਪ੍ਰਾਪਤ ਹੋਇਆ, ਬ੍ਰਹਮਾ ਤੋਂ। ਹੁਣ ਬ੍ਰਹਮੇ ਤੋਂ ਅੱਗੇ ਤੇ ਨਾ ਪੰਡਤ ਨੂੰ ਪਤਾ, ਨਾ ਕਿਸੇ ਹੋਰ ਨੂੰ ਪਤਾ। ਆਖੋ ਸਤਿਨਾਮ। ਸਨਾਤਨ ਮਤ ਵਿੱਚ ਬ੍ਰਹਮਾ ਤੋਂ ਉੱਪਰ ਕੀ ਹੈ ਦੱਸੋ ਜੀ, ਹੈ ਕੁਛ? ਉਹ ਅਗਲੇ ਸਿੱਧਾ ਕਹਿੰਦੇ ਬ੍ਰਹਮੇ ਨੇ ਦੁਨੀਆ ਬਣਾਈ। ਫਿਰ ਦੁਨੀਆ ਬਣਾਉਣ ਵਾਲੇ ਬ੍ਰਹਮੇ ਨੂੰ ਕੌਣ ਬਣਾ ਗਿਆ? ਆਖੋ ਸਤਿਨਾਮ। ਬਾਣੀ ਤੇ ਪੁੱਛਦੀ ਆ, ਪਰ ਅਸੀਂ ਅੱਖਾਂ ਬੰਦ ਕਰੀ ਫਿਰਦੇ ਆ। ਮੈਂ ਕਹਿੰਦਾ ਜਿੰਨਾ ਗਿਆਨ ਧੁਰ ਕੀ ਬਾਣੀ ਵਿੱਚ ਹੈ, ਦੁਨੀਆ ਦੀਆਂ ਖੋਜਾਂ, ਜੱਗ ਦੇ ਗਿਆਨ ਕੱਖ ਵੀ ਨਹੀਂ, ਕੱਖ ਵੀ ਨਹੀਂ। ਬ੍ਰਹਮਾ ਦੁਨੀਆ ਬਣਾਉਣ ਵਾਲਾ ਹੈ। ਪਰ ਮਰਦ ਕੀ ਕਹਿੰਦੇ ਆ? ਕੋਟ ਬ੍ਰਹਮੇ ਜਗ ਸਾਜਣ ਲਾਏ। ਕਹਿੰਦੇ ਕਰੋੜਾਂ ਬ੍ਰਹਮਿਆਂ ਦੀ ਡਿਊਟੀ ਪ੍ਰਮਾਤਮਾ ਨੇ ਲਾਈ ਕਿ ਦੁਨੀਆ ਨੂੰ ਬਣਾਈ ਚਲੋ, ਸਾਜੀ ਜਾਓ। ਤੇ ਧਰਮ ਤੇ ਕਹਿੰਦੇ ਜੀ ਬ੍ਰਹਮਾ ਨੇ ਸਾਰਾ ਕੁਝ ਕੀਤਾ, ਬ੍ਰਹਮੇ ਤੋਂ ਉਤਪਤੀ ਹੋਈ ਹੈ, ਬ੍ਰਹਮਾ ਜੀ ਨੇ ਜਨੇਊ ਪਾਇਆ, ਬ੍ਰਹਮੇ ਤੋਂ ਬ੍ਰਾਹਮਣ ਦੀ ਵੰਸ਼ ਚੱਲੀ। ਤੇ ਫਿਰ ਭਗਤ ਕਬੀਰ ਜੀ ਪੁੱਛਦੇ ਆ, ਜਾਓ ਕੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਜੇ ਤੂੰ ਆਖਦਾ ਵੀ ਮੈਂ ਬ੍ਰਾਹਮਣ ਆ, ਮੈਂ ਦੁਨੀਆ ਤੋਂ ਖਾਸ, ਮੈਂ ਵੱਡਾ ਹਾਂ, ਲੋਕੀ ਮੇਰੀ ਪੂਜਾ ਕਰਨ, ਕਹਿੰਦੇ ਮਾਂ ਦੇ ਪੇਟੋਂ ਸਾਰੇ ਲੋਕ ਜੰਮੇ, ਤੂੰ ਉੱਥੋਂ ਕਿਉਂ ਜੰਮਿਆ? ਛੱਤ ਛੁੱਤ ਤੋਂ ਆਉਂਦਾ ਕਿ ਤੂੰ ਕਿਸੇ ਦਰਖਤ ਦੇ ਲੱਗਦਾ, ਸਮਝ ਰਹੇ ਹੋ ਨਾ ਗੱਲ ਕਿੱਥੇ ਕਰ ਰਹੇ, ਤੂੰ ਕਿਉਂ ਜੰਮਿਆ? ਕਹਿੰਦੇ ਉਹ ਤੇ ਗੰਦਗੀ ਦੀ ਥਾਂ ਹੈ। ਮਾਂ ਦੇ ਪੇਟ ਵਿੱਚ ਕੀ ਹੈ? ਗੰਦਗੀ ਹੈ। 8-9 ਮਹੀਨੇ ਉਸ ਗੰਦਗੀ ਵਿੱਚ ਪੁੱਠਾ ਲਟਕਿਆ। ਜੇ ਤੂੰ ਬ੍ਰਾਹਮਣ, ਤੂੰ ਤੇ ਸ਼ੁੱਧ ਸੀ, ਤੂੰ ਗੰਦਗੀ 'ਚ ਕਿਉਂ ਦੁਖੀ ਹੋਇਆ? ਫਿਰ ਅੱਗੇ ਲਿਖਦੇ, ਤੁਮ ਕਤ ਲੋਹੂ ਹਮ ਕਤ ਦੂਧ। ਕਹਿੰਦੇ ਦੱਸ ਫਿਰ ਸਾਡੀਆਂ ਨਾੜਾਂ 'ਚ ਲਹੂ ਚੱਲਦਾ ਲਾਲ, ਪੰਡਤ ਜੀ ਜੇ ਤੂੰ ਮਹਾਨ ਹੈ, ਤੇਰੇ ਕਿਹੜਾ ਦੁੱਧ ਚੱਲਦਾ ਨਾੜਾਂ 'ਚ? ਤੇਰੇ ਵੀ ਤੇ ਆਹੀ ਖੂਨ। ਆਖੋ ਸਤਿਨਾਮ। ਕਿਉਂ ਭਰਮਾਉਂਦਾ ਫਿਰਦਾ ਦੁਨੀਆ? ਦੇਖੋ ਬਾਣੀ ਕਿੱਡੀ ਗਹਿਰੀ ਹੈ। ਧਰਮ ਸਾਰੇ ਸਤਿਕਾਰਯੋਗ ਨੇ। ਜੇ ਸਾਡੇ ਸਿੱਖ ਧਰਮ ਵਿੱਚ ਵੀ ਕੋਈ ਪਖੰਡ ਆ ਤੇ ਗੁਰੂ ਸਾਹਿਬ ਨੇ ਉੱਥੇ ਵੀ ਚੋਟਾਂ ਮਾਰੀਆਂ ਹੋਈਆਂ ਨੇ ਵੀ ਪਖੰਡ ਹੈ, ਧਰਮ ਹੈ। ਹੁਣ ਪੰਡਤ ਜੀ ਕਹਿੰਦੇ ਮਰਦ ਇਹ ਬ੍ਰਹਮਾ ਜੀ ਤੋਂ ਰੀਤ ਚੱਲੀ ਹੋਈ ਹੈ, ਸਤਿਯੁਗ ਤੋਂ ਚੱਲੀ ਆਉਂਦੀ ਹੈ। ਜੋ ਪੜ੍ਹਿਆ ਮੈਂ ਤੁਹਾਨੂੰ ਦੱਸਿਆ ਏ। ਜਾਵਦ ਰੀਤ ਨਾ ਆਸ ਅਨੁਸਾਰੀ, ਤਾਵਦ ਨਹਿ ਚੌਂਕੇ ਅਧਿਕਾਰੀ। ਪਾਤਸ਼ਾਹ ਜੀ ਜਦੋਂ ਕੋਈ ਇਸ ਜਨੇਊ ਨੂੰ ਪਾ ਲੈਂਦਾ ਨਾ, ਕਹਿੰਦੇ ਫਿਰ ਉਹ ਚੌਂਕੇ ਚੁੱਲ੍ਹੇ ਤੇ ਚੜ੍ਹਨ ਦਾ ਅਧਿਕਾਰੀ ਬਣ ਜਾਂਦਾ, ਚੌਂਕਾ ਧਰਮ ਦਾ। ਫਿਰ ਉਹ ਬਹਿ ਸਕਦਾ।
ਕਹਿੰਦੇ ਜਿਹਨੇ ਜਨੇਊ ਨਹੀਂ ਪਾਇਆ, ਮਹਾਰਾਜ ਕਹਿੰਦੇ ਸੀ ਇਹਨਾਂ ਦੇ ਪਾਉਣ ਦਾ ਫਾਇਦਾ ਕੀ ਹੈ? ਦੂਜਾ ਸਵਾਲ ਇਹ ਸੀ, ਬੈਨੀਫਿਟ ਕੀ ਹੈ? ਉਹਨੇ ਬੈਨੀਫਿਟ ਦੱਸਿਆ ਵੀ ਜੇ ਤੁਸੀਂ ਜਨੇਊ ਪਾਇਆ ਤੁਸੀਂ ਬ੍ਰਾਹਮਣਾਂ 'ਚ ਬਹਿ ਸਕਦੇ ਹੋ, ਜੇ ਤੁਸੀਂ ਜਨੇਊ ਪਾਇਆ ਤਿਲਕ ਲਾਇਆ ਮੰਦਰ ਜਾ ਸਕਦੇ ਹੋ, ਵੇਦ ਪੜ੍ਹ ਸਕਦੇ ਹੋ, ਧਰਮ ਦੀ ਵਿਦਿਆ ਸੁਣਾ ਸਕਦੇ ਹੋ। ਜੇ ਤੁਸੀਂ ਜਨੇਊ ਨਹੀਂ ਪਾਇਆ ਇਹਨਾਂ ਚੀਜ਼ਾਂ ਤੋਂ ਤੁਸੀਂ ਸਦਾ ਦੂਰ ਰਹੋਗੇ, ਕਿਉਂਕਿ ਕੁੱਲ ਦੀ ਮਰਿਆਦਾ ਹੈ। ਖੱਤਰੀ ਹੋਣ ਬ੍ਰਾਹਮਣ ਹੋਣ, ਤੁਹਾਡੀ ਕੁੱਲ ਦੀ ਰਵਾਇਤ ਚੱਲੀ ਆਉਂਦੀ ਹੈ। ਵਿੱਚ ਬਹਜ ਕੋ ਇਸ ਬਿਨ ਧਰਮ ਰਹਿਤ ਨਹੀਂ, ਬੂਝੋ ਇਹ ਮਰਮਾ। ਤੀਜੇ ਸਵਾਲ ਦਾ ਜਵਾਬ ਪੰਡਤ ਜੀ ਨੇ ਦਿੱਤਾ, ਕਹਿੰਦੇ ਮਹਾਰਾਜ ਇਹਦੇ ਨਾਲ ਤੁਸੀਂ ਉੱਚੇ ਕੁੱਲ ਵਾਲੇ ਬ੍ਰਾਹਮਣ ਤੇ ਪੰਡਤ ਤੇ ਖੱਤਰੀ ਬਣਦੇ ਹੋ। ਇਹਦੇ ਤੋਂ ਬਗੈਰ ਬੰਦਾ ਨਖਿਤ ਹੁੰਦਾ ਹੈ। ਦੇਖੋ ਜਾਤ ਕਰਕੇ ਕੋਈ ਬ੍ਰਾਹਮਣ ਨਹੀਂ, ਜਾਤ ਕਰਕੇ ਕੋਈ ਪੰਡਤ ਨਹੀਂ। ਹੁਣ ਜੇ ਆਪਾਂ ਗੱਲਾਂ ਕਰੀਏ ਵੀ ਆਹ ਜੱਟ ਹੁੰਦਾ ਜੀ, ਇਹਨੂੰ ਰਵਦਾਸੀਆ ਕਹਿੰਦੇ ਆ, ਦੁਨਿਆਵੀ ਇਹ ਜੁਲਾਹਾ, ਮਾਫ ਕਰਿਓ। ਜੇ ਜੱਟ ਬਣ ਕੇ ਵੀ ਨਾ ਥਰਡ ਕਲਾਸ ਵਾਲੇ ਲੱਛਣ ਨੇ, ਲੱਖ ਲਾਂਘੀ ਆਖੋ ਸਤਨਾਮ। ਇੱਕ ਗਰੀਬਾਂ ਦੇ ਘਰੇ ਛੋਟੇ ਜਿਹਨੂੰ ਲੋਕ ਨੀਚ ਕਹਿੰਦੇ, ਉਹਨਾਂ ਦੇ ਘਰੇ ਜੰਮ ਕੇ ਭਗਤ ਰਵਿਦਾਸ ਵਰਗੀ ਸੋਚ ਰੱਖੇਗਾ, ਬ੍ਰਾਹਮਣ ਵੀ ਅੱਗੇ ਪਿੱਛੇ ਤੁਰੇ ਫਿਰਦੇ ਆ। ਜਾਤਾਂ ਕਰਕੇ ਥੋੜਾ ਵੀ ਵੱਡਾ, ਲੱਛਣਾਂ ਤੇ ਕਰਤੂਤਾਂ ਕਰਕੇ ਵੱਡਾ ਬੰਦਾ। ਚੰਗੀ ਕਰਤੂਤ ਹੋਏਗੀ ਤੇ ਤੂੰ ਮਹਾਨ ਹੈ, ਜੇ ਤੂੰ ਉੱਚੀ ਜਾਤ ਵਿੱਚ ਜੰਮ ਕੇ ਵੀ ਹੰਕਾਰ ਕਰਦਾ ਫਿਰਦਾ, ਮੈਂ ਕਰਦਾ ਫਿਰਦਾ। ਮਰਦ ਪਤਾ ਕੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਤੂੰ ਕਹਿੰਦਾ ਮੈਂ ਫਲਾਣਾ ਹੁੰਦਾ। ਹੁਣ ਜੇ ਇਹਨਾਂ ਸਾਰੀਆਂ ਜਾਤਾਂ ਦੇ ਪਿਛੋਕੜ ਤੇ ਆਈਏ, ਇਹਨਾਂ ਦੀ ਸ਼ਰਮ ਆਉਂਦੀ ਆ ਸੁਣ ਕੇ, ਪੜ੍ਹ ਕੇ ਵੇਖੋ ਉਹਦੇ ਜਾਤਾਂ ਦਾ ਪਿਛੋਕੜ। ਮੈਂ ਕਹਿੰਦਾ ਜਿਹੜੇ ਆ ਹੰਕਾਰ ਜਾ ਕਰਦੇ ਫਿਰਦੇ ਮੇਰੇ ਵਰਗੇ, ਮੈਂ ਸੈਣੀ ਆ, ਮੈਂ ਫਲਾਣਾ, ਮੈਂ ਫਲਾਣਾ। ਸੱਚੀ ਗੱਲ ਹੈ, ਜਿੱਦਾਂ ਤੁਸੀਂ ਪੜ੍ਹ ਲਓਗੇ ਨਾ, ਤੁਸੀਂ ਨਹੀਂ ਕਿਸੇ ਸਾਹਮਣੇ ਬੋਲੋਗੇ ਵੀ ਅਸੀਂ ਫਲਾਣੇ ਹੁੰਦੇ ਆ। ਬੜੇ ਬੇਸ਼ਰਮੀ ਵਾਲੇ ਇਤਿਹਾਸ ਨੇ, ਪੜ੍ਹੋ ਤੇ ਸਹੀ ਕਰੇ ਲਾਗੇ, ਖੋਲੋ ਤੇ ਸਹੀ ਲਾਇਬ੍ਰੇਰੀਆਂ ਦੀਆਂ ਕਿਤਾਬਾਂ। ਇਸੇ ਕਰਕੇ ਮਹਾਰਾਜ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨੋ। ਕਹਿੰਦੇ ਬ੍ਰਾਹਮਣ ਨੇ ਤੇ ਚਾਰ ਵਰਨਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ, ਖੱਤਰੀ, ਬ੍ਰਾਹਮਣ, ਸੂਦ ਤੇ ਵੈਸ। ਸੱਚੀ ਜਿਹਦੇ ਵਿੱਚ ਗੁਣ ਉੱਚੇ ਨੇ ਨਾ, ਉਹ ਉੱਚਾ ਹੁੰਦਾ ਹੈ। ਹੁਣ ਕਾਂ ਨੂੰ ਤੁਸੀਂ ਅਟਾਰੀ ਤੇ ਬਿਠਾ ਦੋ, ਮੋਰ ਬਣ ਜਾਊਗਾ, ਬਾਜ ਬਣ ਜਾਊਗਾ। ਉਹ ਬਿਰਤੀ ਤੇ ਉਹਦੀ ਗੰਦਗੀ ਖਾਣ ਵਾਲੀ, ਕਿੱਥੇ ਮਰਦੀ ਬੈਠਾ ਤੀਜੀ ਮੰਜ਼ਿਲ ਤੋਂ ਭੱਜ ਕੇ ਆਉਂਦਾ, ਗੰਦਗੀ ਚ ਠੁੱਕ ਮਾਰ ਜਾਂਦਾ। ਤੂੰ ਜਾਤ ਕਰਕੇ ਉੱਚਾ ਬਣਿਆ ਫਿਰਦਾ ਤੇ ਤੇਰੀ ਸੋਚ ਏਡੀ ਮਾੜੀ, ਏਡੀ ਨੀਚ, ਤੂੰ ਕਿਸੇ ਦੇ ਪੱਲੇ ਕੱਖ ਨਹੀਂ ਛੱਡਦਾ ਤੇ ਤੂੰ ਉੱਚਾ ਨਹੀਂ ਹੋ ਸਕਦਾ। ਆਖੋ ਸਤਨਾਮ। ਕਰਮਾਂ ਕਰਕੇ ਬੰਦਾ ਉੱਚਾ ਨਹੀਂ ਮਾਏ ਬਾਣੀ ਦੇ ਅਨੁਸਾਰ, ਜਾਤਾਂ ਕਰਕੇ ਨਹੀਂ ਹੈ, ਧਰਮਾਂ ਕਰਕੇ ਨਹੀਂ ਹੈ। ਇੱਥੇ ਕੋਈ ਧਰਮ ਨੀਚ ਨਹੀਂ ਹੈ, ਕੋਈ ਧਰਮ ਮਾੜਾ ਨਹੀਂ। ਦੁਨੀਆ ਲੜਦੀ ਫਿਰਦੀ ਫਲਾਣਾ ਫਲਾਣੇ। ਲੋਕੀ ਕਹਿੰਦੇ ਜੀ ਬਾਲਮੀਕ ਹੁੰਦੇ ਵਿਚਾਰੇ, ਉਹ ਹੁੰਦੇ ਨਾ ਭਾਈ, ਜੇ ਉਹਨਾਂ ਦੇ ਵਿੱਚ ਵੀ ਇਨਸਾਨੀਅਤ ਹੈ, ਚੰਗੇ ਗੁਣ ਨੇ ਨਾ, ਤੇਰੀ ਜਾਤ ਨਾਲੋਂ ਕਿਤੇ 100 ਗੁਣਾ ਚੰਗੇ ਨੇ ਜੋ ਇਨਸਾਨੀਅਤ ਰੱਖਦੇ ਆ। ਵੇਖ ਕੇ ਵੇਖ, ਕਰਤੂਤਾਂ ਤੋਂ ਬੰਦਾ ਪਛਾਣਿਆ ਜਾਂਦਾ ਹੈ। ਹੁਣ ਗੁਰੂ ਸਾਹਿਬ ਦੇ ਸਨਮੁਖ ਉਹਨਾਂ ਜਵਾਬ ਦਿੱਤਾ, ਕਹਿੰਦੇ ਮਰਦ ਜੇ ਇਹ ਜੱਗੂ ਪਵਿੱਤ ਪਵਾਇਆ ਨਾ, ਤੁਸੀਂ ਮਹਾਨ ਬਣ ਜਾਓਗੇ, ਪਵਿੱਤਰ ਬਣ ਜਾਓਗੇ। ਮਤਲਬ ਸਰਟੀਫਿਕੇਟ ਆ ਤੁਹਾਡੇ ਕੋਲੇ ਵੀ ਤੁਸੀਂ ਪਾਇਆ ਜੰਜੂ, ਤੁਹਾਡੇ ਸਾਰੇ ਕਰਮ ਰੱਬ ਦੀ ਦਰਗਾਹ ਵਿੱਚ ਮਾਫ ਹਨ। ਆਖੋ ਸਤਨਾਮ। ਆ ਮਤਲਬ ਹੈ, ਸਮਝ ਗਏ? ਜਨੇਊ ਪਾ ਲਿਆ, ਮੈਂ ਜੋ ਮਰਜ਼ੀ ਕਰਾਂ, ਫਿਰ ਤੇ ਮੇਰਾ ਬੜਾ ਸੌਖਾ ਕੰਮ ਸਾਡਾ ਵੀ ਜੇ ਅੰਮ੍ਰਿਤ ਛਕ ਕੇ ਮੇਰੇ ਸਾਰੇ ਪਾਪ ਮਾਫ ਨੇ, ਇਹ ਤੋਂ ਵੱਡਾ ਬੈਨੀਫਿਟ ਕੀ ਹੋ ਸਕਦਾ ਹੈ? ਬੜੇ ਲੋਕ ਇਹ ਭਲੇਖਾ ਵਾਲੀ ਫਿਰਦੇ ਹੁੰਦੇ ਆ ਵੀ ਮੈਂ ਤੇ ਹੁਣ ਅੰਮ੍ਰਿਤ ਛਕ ਲਿਆ ਜੀ, ਜਿੰਨਾ ਮਰਜ਼ੀ ਝੂਠ ਬੋਲਾਂ, ਜਿੰਨਾ ਮਰਜ਼ੀ ਲਾਲਚ ਕਰਾਂ, ਜਿੰਨੀ ਮਰਜ਼ੀ ਠੱਗੀ ਮਾਰ, ਮੇਰਾ ਤੇ ਕਲਗੀ ਵਾਲਾ ਮੈਨੂੰ ਬਖਸ਼ ਲੂਗਾ, ਕਦੇ ਨਹੀਂ ਬਖਸ਼ਦਾ। ਅੰਮ੍ਰਿਤ ਤੇ ਦੁਨੀ ਚੰਦ ਨੇ ਵੀ ਛਕਿਆ ਹੋਇਆ ਸੀ, ਖੜੇ ਹੋ ਇਤਿਹਾਸ ਹੋਣਾ ਪੜ੍ਹਦੇ ਹੋ। ਕਿੰਨੇ ਉਹ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ? ਕਿੰਨਿਆਂ ਨੇ ਗਦਾਰੀਆਂ ਕੀਤੀਆਂ? ਗੁਰੂ ਨਾਨਕ ਦੇ ਘਰ ਦੇ ਨਾਲ ਕੀ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੇ? ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅੰਮ੍ਰਿਤ ਛਕਣ ਤੋਂ ਭਾਵ ਹੈ ਹੁਣ ਮੈਂ ਸਤਿਗੁਰ ਦਾ ਤੇ ਸਤਿਗੁਰ ਮੇਰਾ, ਅੱਜ ਤੋਂ ਬਾਅਦ ਮੈਨੂੰ ਦੁਨੀਆ ਦਾ ਰਸਤਾ ਉਹੀ ਵਿਖਾਉਣਗੇ। ਲਾਇਸੈਂਸ ਨਹੀਂ ਹੈ ਤੇਰੇ ਕੋਲੇ ਵੀ ਜੇ ਤੂੰ ਅੰਮ੍ਰਿਤਧਾਰੀ ਹੋ ਗਿਆ ਹੁਣ ਮਾਰੀ ਚੱਲ ਠੱਗੀਆਂ, ਤੈਨੂੰ ਤੇਰਾ ਸਤਿਗੁਰ ਬਖਸ਼ੂ, ਕਦੇ ਨਹੀਂ। ਸ਼ਾਇਦ ਆਪ ਜੀ ਨੂੰ ਕੋਈ ਪ੍ਰਸੰਗ ਯਾਦ ਹੋਵੇ ਮਾਲਾ ਸਿੰਘ ਤੇ ਲਾਹੌਰਾ ਸਿੰਘ ਦਾ, ਸ਼ਾਇਦ ਕਿਸੇ ਨੂੰ ਯਾਦ ਹੋਣਾ, 10ਵੇਂ ਪਾਤਸ਼ਾਹ ਦੇ ਜੀਵਨ ਚ ਆਇਆ ਸੀ। ਮਰਦ ਕਹਿੰਦੇ ਸੀ ਗੱਲ ਸੁਣ ਲਾਹੌਰਿਆ, ਜੇ ਤੂੰ ਮਾਲਾ ਸਿੰਘ ਤੋਂ ਪੈਸੇ ਲੈ ਕੇ ਮੁੱਕਰ ਗਿਆ ਨਾ, ਕਹਿੰਦਾ ਸੀ ਸਿੱਖ ਦਾ ਖਾਏ ਕੈ 4 ਸਾਲ ਪਹਿਲਾਂ ਕਥਾ ਸੀ, ਚਿੰਤਾ ਕਰੀਆ ਦੂਰ। ਮਰਦ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਖਾਏ। ਕਹਿੰਦਾ ਸਿੱਖ ਨੇ ਸਿੱਖ ਨਾਲ ਠੱਗੀ ਮਾਰ ਲਈ, ਫਿਰ ਕੀ ਹੈ, ਗੁਰ ਭਾਈ ਹੈ। ਮਰਦ ਕਹਿੰਦੇ ਨਾ, ਕੀ ਅੰਮ੍ਰਿਤ ਨਹੀਂ ਛਕਿਆ ਸੀ ਮਾਲਾ ਸਿੰਘ ਜਾਂ ਲਾਹੌਰਾ ਸਿੰਘ ਨੇ?
गुरु साहब ने सवेरे पेश कर लिया अमृत छकना स्कूल की एडमिशन है। एडमिशन लगी ना तुसीं हुण पढ़ना ना पढ़ना पास होना फेल होना ਇਹ ਤੁਹਾਡਾ मतलब आखो सतनाम। मैं किसी कॉलेज ਵਿੱਚ ਲੈ ਕੇ ਐਡਮਿਸ਼ਨ ਤੇ ਲੈ ਕੇ ਕਾਪੀ ਮੈਂ ਫਿਰ 17 ਸੈਕਟਰ ਘੁੰਮਾਂ ਪੜ੍ਹਨ ਜਾਵਾਂ ਮੈਂ ਕੋਲ ਮੈਂ ਤੇ ਫਲਾਣੇ ਯੂਨੀ ਦਾ ਫਲਾਣੇ ਕਾਲਜ ਦਾ ਸਟੂਡੈਂਟ ਆ ਜੀ ਮੇਰੇ ਨਾਲ ਤੁਸੀਂ ਕਿੱਦਾਂ ਗੱਲ ਕਰ ਸਕਦੇ ਨਹੀਂ। ਸਿੱਖੀ ਵਿੱਚ ਦਾਖਲਾ ਲੈਣਾ ਅੰਮ੍ਰਿਤ ਦੀ ਦਾਤ ਹੈ। ਇਸ ਰਾਹ ਤੇ ਚੱਲਣਾ ਪਰਪੱਕ ਹੋਣਾ ਸਾਰੀ ਉਮਰ ਇਹਨੂੰ ਨਿਭਾ ਲੈਣਾ ਕੇਸਾਂ ਸਵਾਸਾਂ ਸੰਗ ਨਿਭਾਈ ਪੜ੍ਹਦੇ ਹੋਣਾ ਉਹ ਪੂਜਣ ਜੋਗਾ ਆਖੋ ਸਤਨਾਮ। ਇਹ ਭਰਮ ਅੰਦਰੋਂ ਕੱਢਦੀ ਹੈ ਅਸੀਂ ਕਿਉਂ ਕਈ ਵਾਰ ਸਾਨੂੰ ਲੱਗਦਾ ਵੀ ਮੈਂ ਅੰਮ੍ਰਿਤ ਛਕਿਆ ਮੈਂ ਤੇ ਬੜਾ ਵਿਸ਼ੇਸ਼ ਤੇ ਬੜਾ ਖਾਸ ਫਲਾਣਾ ਬੋਲਾ ਇਹ ਤਾਂ ਗੁਰਦੁਆਰੇ ਜਾਂਦਾ ਨਹੀਂ ਉਹ ਕੀ ਪਤਾ ਦੁਨੀਆ ਦਾ ਇਹ ਨਹੀਂ ਕਰਾਂ ਮੁਝੇ ਈਰਖਾ ਛੱਡੋ ਹੰਕਾਰ ਛੱਡੋ। ਸਾਨੂੰ ਲੱਗਦਾ ਮੈਂ ਵਿਸ਼ੇਸ਼ ਹਾਂ ਮੈਂ ਸਿਆਣਾ ਮੇਰੇ ਤੇ ਗੁਰੂ ਦੀ ਕਿਰਪਾ ਬੜੀ ਮੈਂ ਬੜਾ ਨੇੜੇ ਆ ਮੈਂ ਕਰਕੇ ਕੁਝ ਨਹੀਂ ਹੋਣਾ। ਸਤਿਗੁਰ ਦੇ ਨੇੜੇ ਕੌਣ ਹੈ ਸਤਿਗੁਰ ਜਾਣਦੇ ਆ ਤੂੰ ਨਹੀਂ ਜਾਣਦਾ। ਗੁਰੂ ਸਾਹਿਬ ਨੂੰ ਉਹਨੇ ਜਵਾਬ ਦੇ ਦਿੱਤਾ ਪੰਡਤ ਜੀ ਨੇ ਕਹਿੰਦਾ ਮਹਾਰਾਜ ਇਹਨੂੰ ਪਾ ਕੇ ਬੰਦਾ ਮਹਾਨ ਬਣ ਜਾਂਦਾ ਹੈ ਮਹਾਨ ਕਰਮ ਬਣ ਜਾਂਦੇ ਨੇ। ਤਿੰਨੇ ਸਵਾਲਾਂ ਦੇ ਜਵਾਬ ਪੰਡਤ ਜੀ ਨੇ ਦਿੱਤੇ ਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਸੱਲੀ ਨਹੀਂ ਹੋਈ। ਸਮਾਂ ਹੋ ਗਿਆ ਬਿਲਕੁਲ ਸਮਾਂ। ਬੜੇ ਆਨੰਦਮਈ ਪ੍ਰਸੰਗ ਹੋਣਗੇ ਇਹਨਾਂ ਪ੍ਰਸੰਗਾਂ ਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਜ਼ਿੰਦਗੀ 'ਚ। ਇੱਕ ਲਾਈਨ ਵੀ ਤੁਹਾਡੀ ਜ਼ਿੰਦਗੀ 'ਚ ਆ ਗਈ ਨਾ ਕਿਤੇ ਸਮਝੋ ਗੁਰੂ ਨਾਨਕ ਦੀਆਂ ਮਿਹਰਾਂ ਨੇ ਕਿਰਪਾ ਹੀ ਹੈ ਗੁਰੂ ਸਾਹਿਬ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।